ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਵਾਹਿਗੁਰੂ ਜੀ। ਸਿਆਮ ਵੇਦ ਕਉ ਸੋਧ ਕਰ, ਮਥ ਵੇਦਾਂਤ ਬਿਆਸ ਸੁਣਾਇਆ। ਕਥਨੀ ਬਦਨੀ ਬਾਹਰਾ, ਆਪੇ ਆਪਣਾ ਬ੍ਰਹਮ ਜਣਾਇਆ। ਨਦਰੀ ਕਿਸੈ ਨਾ ਲਿਆਵਈ, ਹਉ ਮੈਂ ਅੰਦਰ ਭਰਮ ਭੁਲਾਇਆ। ਆਪ ਪੁਜਾਏ ਜਗਤ ਵਿੱਚ, ਭਾਉ ਭਗਤ ਦਾ ਮਰਮ ਨਾ ਪਾਇਆ। ਤ੍ਰਿਪਤ ਨਾ ਆਵੀ ਵੇਦ ਮਥ, ਅਗਨੀ ਅੰਦਰ ਤਪਤ ਤਪਾਇਆ। ਮਾਇਆ ਡੰਡ ਨਾ ਉਤਰੇ, ਜਮ ਡੰਡੇ ਬਹੁ ਦੁਖ ਰੁਆਇਆ। ਨਾਰਦ ਮੁਨ ਉਪਦੇਸਿਆ, ਮਥ ਭਾਗਵਤ ਗੁਣ ਗੀਤ ਕਰਾਇਆ। ਬਿਨ ਸਰਣੀ ਨਹਿ ਕੋਇ ਤਰਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗਰੀਬ ਨਵਾਜ, ਕਿਰਪਾਲੂ, ਦਿਆਲੂ, ਰਹਿਮਤਾਂ ਦੇ ਸਾਗਰ, ਮਿਹਰਮਤ ਦੇ ਦਾਤੇ, ਧੰਨ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਜੋ ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੀ ਪ੍ਰਾਰੰਭਤਾ ਹੋਈ ਹੈ, ਸੋ ਗੁਰੂ ਕਿਰਪਾ ਦੇ ਨਾਲ ਪਿਛਲੀਆਂ 10 ਪੌੜੀਆਂ ਸਰਵਣ ਕੀਤੀਆਂ ਨੇ। ਸੋ ਅੱਜ 11ਵੀਂ ਪੌੜੀ ਦੇ ਅੰਦਰ ਭਾਈ ਸਾਹਿਬ ਜੀ ਜੋ ਕਿਰਪਾ ਕਰਦੇ ਨੇ, ਵਿਚਾਰ ਪ੍ਰਾਰੰਭ ਕਰੀਏ। ਮਾਲਕ ਅੱਗੇ ਅਰਦਾਸ ਕਰੀਏ, ਹਜ਼ੂਰ ਪਾਤਸ਼ਾਹ ਤਰਸ ਕਰਿਓ। ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ, ਅਕੀਦੇ ਸ਼ਰਧਾ ਦੇ ਨਾਲ ਆਪਣੇ ਪਿਆਰੇ ਸੇਵਕ ਦੀ ਇਸ ਪਿਆਰੀ ਰਚਨਾ ਦੀ ਵਿਚਾਰ ਕਰਨ ਦੀ ਸਮਰੱਥਾ ਸੋਝੀ ਦਾਤ ਬਖਸ਼ਿਸ਼ ਕਰਿਓ। ਜਿਤਨੇ ਸਰਵਣ ਕਰ ਰਹੇ ਹੋ, ਆਓ ਪਿਆਰ ਸਹਿਤ ਉਚਾਰਨ ਕਰੋ। ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਿਆਮ ਵੇਦ ਕਉ ਸੋਧ ਕਰ, ਮਥ ਵੇਦਾਂਤ ਬਿਆਸ ਸੁਣਾਇਆ। ਸੋ 11ਵੀਂ ਪੌੜੀ ਦੇ ਅੰਦਰ ਭਾਈ ਸਾਹਿਬ ਜ਼ਿਕਰ ਕਰਦੇ ਨੇ ਕਿ ਸ਼ਾਮ ਵੇਦ ਨੂੰ ਮੱਥ ਕੇ ਪੜ੍ਹ ਕੇ ਉਹਨੂੰ ਸੋਧ ਕੇ ਚੰਗੀ ਤਰ੍ਹਾਂ, ਕਿਉਂਕਿ ਪਿਛਲੀਆਂ ਪੌੜੀਆਂ ਦੇ ਅੰਦਰ ਰਿਗ ਵੇਦ ਦਾ ਜ਼ਿਕਰ ਆਇਆ, ਜੁਜ਼ਰ ਵੇਦ ਦਾ ਜ਼ਿਕਰ ਆਇਆ। ਸੋ ਇਸ ਪੌੜੀ ਦੇ ਅੰਦਰ ਸ਼ਿਆਮ ਵੇਦ ਦਾ ਜ਼ਿਕਰ ਹੈ। ਸ਼ਿਆਮ ਵੇਦ ਨੂੰ ਬਿਆਸ ਰਿਖੀ ਨੇ ਮੱਥ ਵੇਦਾਂਤ ਚੰਗੀ ਤਰ੍ਹਾਂ ਮੱਥਨ ਕਰਕੇ, ਸਾਰ ਕੱਢ ਕੇ, ਰਿੜਕ ਕੇ, ਭਾਵ ਕਿ ਚੰਗੀ ਤਰ੍ਹਾਂ ਕੋਖ ਕੇ, ਵਿਚਾਰ ਕੇ ਇਸ ਵੇਦ ਨੂੰ ਪੜ੍ਹਨ ਤੋਂ ਬਾਅਦ ਸੁਣਾਇਆ। ਸੰਸਾਰ ਦੇ ਵਿੱਚ ਇਹਦਾ ਸਿਧਾਂਤ ਤੱਤ ਸਾਰ ਜਿਹੜਾ ਸੀ ਵਿਆਖਿਆ ਰੂਪ ਦੇ ਅੰਦਰ ਸੰਸਾਰ ਨੂੰ ਸੁਣਾਉਣਾ ਕੀਤਾ। ਕਥਨੀ ਬਦਨੀ ਬਾਹਰਾ, ਆਪੇ ਆਪਣਾ ਬ੍ਰਹਮ ਜਣਾਇਆ। ਕਥਨੀ ਭਾਵ ਕਥਾ, ਤੇ ਬਦਨੀ ਦਾ ਅਰਥ ਹੈ ਕਵੀਸ਼ਰੀਆਂ, ਭਾਵ ਕਥਾ ਅਤੇ ਕਵੀਸ਼ਰੀਆਂ ਤੋਂ ਆਤਮ ਪਰਮਾਤਮਾ ਜਿਹੜਾ ਹੈ ਉਹ ਬਾਹਰ ਆ, ਭਾਵ ਕਿ ਉਹ ਬਾਹਰ ਹੈ ਤੇ ਆਪਣੇ ਆਪ ਨੂੰ ਹੀ ਬ੍ਰਹਮ ਜਣਾ ਦਿੱਤਾ। ਜਿਸ ਤਰ੍ਹਾਂ ਪਿੱਛੇ ਗੌਤਮ ਰਿਖੀ ਨੇ ਵੀ ਆਪਣੇ ਆਪ ਨੂੰ ਬ੍ਰਹਮ ਜਣਾਇਆ, ਸੋ ਇਸ ਤਰ੍ਹਾਂ ਵੇਦ ਵਿਆਸ ਨੇ ਵੀ ਆਪਣੇ ਆਪ ਨੂੰ ਬ੍ਰਹਮ ਜਣਾ ਦਿੱਤਾ ਕਿ ਮੈਂ, ਭਾਵ ਕਿ ਬਹੁਤ ਵੱਡਾ ਰਿਖੀ ਹੋਣ ਦੇ ਨਾਤੇ, ਪਰਮਾਤਮਾ ਵਿੱਚ ਅਭੇਦ ਹੋਣ ਦੇ ਨਾਤੇ ਮੈਂ ਪਰਮਾਤਮਾ ਦਾ ਰੂਪ ਹਾਂ, ਮੈਂ ਬ੍ਰਹਮ ਸਰੂਪ ਹੋ ਚੁੱਕਾ ਹਾਂ। ਸੋ ਇਸ ਤਰ੍ਹਾਂ ਸੰਸਾਰ ਦੇ ਭੋਲੇ ਅਣਭੋਲ ਜੀਵ ਜਿਹੜੇ ਸਨ, ਸੋ ਇਸ ਸਿਧਾਂਤ ਮਗਰ ਲੱਗ ਕੇ ਉਹਨੂੰ ਬ੍ਰਹਮ ਮੰਨਦੇ ਹਨ। ਸੋ ਅੱਗੇ ਭਾਈ ਸਾਹਿਬ ਜ਼ਿਕਰ ਕਰਦੇ, ਨਦਰੀ ਕਿਸੈ ਨਾ ਲਿਆਵਈ, ਹਉ ਮੈਂ ਅੰਦਰ ਭਰਮ ਭੁਲਾਇਆ। ਨਜ਼ਰ, ਨਦਰੀ ਦਾ ਅਰਥ ਹੈ ਨਜ਼ਰ। ਕਿਸੇ ਨੂੰ ਵੀ ਨਜ਼ਰ ਦੇ ਵਿੱਚ ਨਾ ਲਿਆਂਦਾ ਤੇ ਨਾ ਹੀ ਉਹ ਕਿਸੇ ਨੂੰ ਨਜ਼ਰ ਆਉਣ ਦਿੱਤਾ। ਹਉਮੈ ਦੇ ਭਰਮ ਅੰਦਰ ਸੰਸਾਰ ਨੂੰ ਭੁਲਾ ਦਿੱਤਾ। ਪਿਛਲੀਆਂ ਪੌੜੀਆਂ 'ਚ ਆਪਨੇ ਸਰਵਨ ਕੀਤਾ ਸੀ ਕਿ ਗੌਤਮ ਰਿਖੀ ਨੇ ਵੀ ਸੰਸਾਰ ਨੂੰ ਕਰਮ ਕਾਂਡਾਂ ਦੇ ਵਿੱਚ ਲਾ ਕਰਕੇ, ਜੈਮਲ ਰਿਖੀ ਨੇ ਵੀ ਇਹੀ ਕੀਤਾ, ਉਹਨੇ ਵੀ ਸੰਸਾਰ ਨੂੰ ਕਰਮ ਕਾਂਡਾਂ ਦੇ ਵਿੱਚ ਲਾ ਕਰਕੇ ਤੇ ਉਸ ਬ੍ਰਹਮ ਦਾ ਜੋ ਅਸਲੀ ਗਿਆਨ ਸੀ
ਉਹਦੇ ਤੋਂ ਲੋਕਾਂ ਨੂੰ ਸਖਣੇ ਰੱਖਿਆ, ਵਾਂਝੇ ਰੱਖਿਆ। ਸੋ ਇੱਥੇ ਵੀ ਉਹੀ ਭਾਵ ਅਰਥ ਹੈ, ਨਦਰੀ ਕਿਸੈ ਨਾ ਲਿਆਵਈ, ਭਾਵ ਕਿ ਪਰਮਾਤਮਾ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਇਸ ਤਰ੍ਹਾਂ ਸੰਸਾਰ ਨੂੰ ਕਹਿ ਕੇ ਹਉਮੈ ਅੰਦਰ ਭਰਮ ਭੁਲਾਇਆ, ਹਉਮੈ ਦੇ ਭਰਮ ਅੰਦਰ ਜਗਤ ਨੂੰ ਭੁਲਾ ਦਿੱਤਾ। ਸਾਰਾ ਜਗਤ ਜਿਹੜਾ ਸੀ ਉਹ ਇਸ ਹਉਮੈ ਦੇ ਭਰਮ ਦੇ ਅੰਦਰ ਪੈ ਕੇ ਆਪਣੇ ਸਰੂਪ ਨੂੰ ਭੁੱਲ ਗਿਆ, ਆਪਣੇ ਆਪ ਨੂੰ ਭੁੱਲ ਗਿਆ। ਉਹ ਕੇਵਲ ਤੇ ਕੇਵਲ ਉਸ ਬ੍ਰਹਮ ਦੇ ਨਾਲ, ਉਹ ਕੇਵਲ ਤੇ ਕੇਵਲ ਉਸ ਪਰਮਾਤਮ ਸਰੂਪ ਤੋਂ ਅਣਜਾਣ ਹੋ ਕਰਕੇ, ਉਹ ਆਪਣੇ ਸਰੂਪ ਤੋਂ ਅਣਜਾਣ ਹੋ ਕਰਕੇ ਭਰਮ ਦੀ ਦੁਨੀਆ ਅੰਦਰ ਉਸ ਕਰਤੇ ਪਰਮੇਸ਼ਰ ਨੂੰ ਭੁੱਲ ਗਿਆ। ਜਦੋਂ ਹਉਮੈ ਦੇ ਅੰਦਰ ਪੈ ਗਿਆ ਤੇ ਸੁਭਾਵਿਕ ਸੀ ਫਿਰ ਉਸ ਪਰਮ ਪਿਤਾ ਪਰਮਾਤਮਾ ਨੂੰ ਭੁੱਲ ਜਾਣਾ। ਆਪ ਪੁਜਾਏ ਜਗਤ ਵਿੱਚ, ਭਾਉ ਭਗਤ ਦਾ ਮਰਮ ਨਾ ਪਾਇਆ। ਆਪਣੇ ਆਪ ਨੂੰ ਜਗਤ ਦੇ ਵਿੱਚ ਪੁਜਾਇਆ, ਆਪਣੇ ਆਪ ਨੂੰ ਜਗਤ ਦੇ ਵਿੱਚ ਪੁਜਾਏ ਦਾ ਅਰਥ ਹੈ ਪੁਜਾਵਣ ਲੱਗ ਪਏ, ਭਾਵ ਆਪਣੀ ਪੂਜਾ ਕਰਵਾਉਣ ਲੱਗ ਪਏ। ਸੋ ਇਸ ਤਰ੍ਹਾਂ ਵੇਦ ਵਿਆਸ ਨੇ ਬਹੁਤ ਜ਼ਿਆਦਾ ਆਪਣੀ ਪੂਜਾ ਕਰਵਾਈ। ਅੱਜ ਵੀ ਬੜੇ ਐਸੇ ਫਿਰਕੇ ਨੇ ਜੋ ਵੇਦ ਵਿਆਸ ਨੂੰ ਆਪਣਾ ਗੁਰੂ ਮੰਨਦੇ ਨੇ ਅਤੇ ਉਹਦੀ ਬਹੁਤ ਜ਼ਿਆਦਾ ਸ਼ਰਧਾ, ਨਿਸ਼ਠਾ, ਭਾਵਨਾ ਦੇ ਨਾਲ, ਅਕੀਦੇ ਦੇ ਨਾਲ ਉਹਦੀ ਪੂਜਾ ਕਰਦੇ ਨੇ। ਸੋ ਇਸ ਤਰ੍ਹਾਂ ਵੇਦਾਂ ਦਾ ਆਸਰਾ ਲੈ ਕਰਕੇ, ਸ਼ਿਆਮ ਵੇਦ ਦੀ ਵਿਆਖਿਆ ਕਰਕੇ ਉਹਦੇ ਵਿੱਚ ਜੋ ਬ੍ਰਹਮ ਦੀ ਗੱਲ ਸੀ ਉਸ ਬ੍ਰਹਮ ਦੀ ਗੱਲ ਨੂੰ ਛੁਪਾ ਕੇ ਆਪਣੇ ਆਪ ਨੂੰ ਹੀ ਬ੍ਰਹਮ ਪ੍ਰਗਟ ਕਰ ਦਿੱਤਾ। ਉਹਦੇ ਵਿੱਚ ਇਹ ਜਦੋਂ ਸਿਧਾਂਤ ਸੀ ਕਿ ਇਹ ਜੀਵ ਤੂੰ ਬ੍ਰਹਮ ਸਰੂਪ ਹੈ, ਤਾਂ ਜਗਤ ਨੂੰ ਇਹ ਨਹੀਂ ਸਮਝਾਇਆ ਕਿ ਤੁਸੀਂ ਜਿਤਨੇ ਬੈਠੇ ਹੋ ਤੁਸੀਂ ਸਾਰੇ ਹੀ ਬ੍ਰਹਮ ਸਰੂਪ ਹੋ, ਤੁਹਾਡੇ ਸਾਰਿਆਂ ਅੰਦਰ ਹੀ ਉਹ ਬ੍ਰਹਮ, ਉਹ ਪਰਮਾਤਮਾ ਦੀ ਆਤਮਾ, ਉਹਦੀ ਜੋਤ, ਉਹ ਜੀ ਚੇਤਨ ਸੱਤਾ ਜਿਹੜੀ ਉਹ ਕੰਮ ਕਰਦੀ। ਵਿਆਖਿਆ ਕਰਦਿਆਂ ਹੋਇਆਂ ਕਹਿ ਦਿੱਤਾ ਕਿ ਇਸ ਗ੍ਰੰਥ ਵਿੱਚ ਲਿਖਿਆ ਤੂੰ ਬ੍ਰਹਮ ਸਰੂਪ ਹੈ। ਹੁਣ ਤੂੰ ਦਾ ਅਰਥ ਤੇ ਸਾਰਵਜਨਿਕ ਅਰਥ ਸੀ, ਪਰ ਉਹਦੀ ਵਿਆਖਿਆ ਕਰ ਦਿੱਤੀ ਕਿ ਮੇਰੇ ਵੱਲ ਇਹ ਇਸ਼ਾਰਾ ਹੈ ਕਿ ਤੂੰ ਬ੍ਰਹਮ ਸਰੂਪ ਹੈ। ਸੋ ਇਸ ਕਰਕੇ ਆਪ ਸਾਰੇ ਜਿਹੜੇ ਨੇ ਤੁਸੀਂ ਮੈਨੂੰ ਮੰਨੋ, ਮੈਂ ਤੁਹਾਡਾ ਭਲਾ ਕਰਾਂਗਾ। ਸੋ ਇਸ ਤਰ੍ਹਾਂ ਦੁਨੀਆ ਨੂੰ ਇਸ ਭਰਮ ਦੇ ਵਿੱਚ ਪਾ ਕੇ ਆਪ ਪੁਜਾਏ ਜਗਤ ਵਿੱਚ, ਭਾਉ ਭਗਤ ਦਾ ਮਰਮ ਨਾ ਪਾਇਆ। ਸੋ ਭਾਉ ਭਗਤੀ ਦਾ ਭੇਦ ਜਿਹੜਾ ਸੀ ਉਹਨੂੰ ਜਾਣਿਆ ਹੀ ਨਹੀਂ ਕਿ ਪ੍ਰੇਮਾ ਭਗਤੀ ਕੀ ਹੈ, ਭਾਉ ਭਗਤੀ ਕੀ ਹੈ। ਸੋ ਇਸ ਤਰ੍ਹਾਂ ਆਪਣੀ ਪੂਜਾ ਦੇ ਅੰਦਰ ਜੁੜ ਜਾਣਾ ਕੀਤਾ। ਤ੍ਰਿਪਤ ਨਾ ਆਵੀ ਵੇਦ ਮਥ, ਅਗਨੀ ਅੰਦਰ ਤਪਤ ਤਪਾਇਆ। ਸੋ ਇਸ ਤਰ੍ਹਾਂ ਭਾਵ ਗੱਲ ਇਹ ਹੈ ਕਿ ਵੇਦ ਵਿਆਸ ਰਿਖੀ ਨੇ, ਦੇਖੋ ਕੋਈ ਉਹਦੇ ਜੀਵਨ 'ਤੇ ਕਟਾਕਸ਼ ਨਹੀਂ, ਬਹੁਤ ਵੱਡਾ ਵਿਦਵਾਨ, ਬੜਾ ਵੱਡਾ ਰਿਖੀ ਹੋਇਆ, ਪਰ ਜਿਹੜੀ ਅੰਦਰ ਦੀ ਇੱਕ ਅੱਗ ਸੀ ਜਿਸ ਤੋਂ ਛੁੱਟਣ ਦੇ ਵਾਸਤੇ ਸਾਰੇ ਧਰਮ ਦੇ ਕਰਮ ਕਰਦਾ ਹੈ ਮਨੁੱਖ, ਅੱਜ ਵੀ ਕਰਦਾ, ਪਹਿਲਿਆਂ ਯੁੱਗਾਂ ਦੇ ਵਿੱਚ ਵੀ ਕਰਦਾ ਰਿਹਾ। ਹੋ ਸਕਦਾ ਜਿੰਨੀ ਦੇਰ ਇਹ ਸ੍ਰਿਸ਼ਟੀ ਰਹੇਗੀ ਮਨੁੱਖ ਇਸੇ ਤਰ੍ਹਾਂ ਅੰਦਰਲੀਆਂ ਵਾਸ਼ਨਾ ਤੋਂ ਛੁੱਟਣ ਲਈ ਇਹ ਕਰਮ ਕਰਦਾ ਰਹੇਗਾ। ਪਰ ਉਹਦੇ ਤਰੀਕੇ ਜਿਹੜੇ ਨੇ ਉਹ ਸ਼ਾਇਦ ਅੱਜ ਵੀ ਮਨੁੱਖ ਨੂੰ ਸਮਝ ਨਹੀਂ ਆਏ, ਇਸ ਤੋਂ ਪਹਿਲਾਂ ਵੀ ਸਮਝ ਨਹੀਂ ਆਏ। ਪਹਿਲਿਆਂ ਨੇ ਵੀ ਇਹੀ ਕਹਿ ਦਿੱਤਾ ਕਿ ਤੁਸੀਂ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਤੁਰ ਜਾਓ, ਤੁਸੀਂ ਸੰਸਾਰ ਤੋਂ ਤਿਆਗੀ ਹੋ ਜਾਓ, ਤੁਸੀਂ ਆਪਣੇ ਆਪ ਨੂੰ ਜਾਣ ਲਓਗੇ। ਸ਼ਾਇਦ ਇਸੇ ਲਈ ਬਾਣੀ ਦੇ ਅੰਦਰ ਫਿਰ ਇਹ ਬਚਨ ਕਹਿਣੇ ਪਏ ਸਤਿਗੁਰਾਂ ਨੂੰ ਕਿ ਦੇਸ ਛੋੜ ਪਰਦੇਸ ਸਹਿਤਾਇਆ, ਪੰਚ ਵਿਕਾਰ ਨਾਲੇ ਲੈ ਆਇਆ। ਸੋ ਭਾਈ ਸਾਹਿਬ ਜ਼ਿਕਰ ਇਹੀ ਕਰਦੇ ਪਏ ਨੇ ਕਿ ਤ੍ਰਿਪਤ ਨਾ ਆਵੀ ਵੇਦ ਮਥ, ਸਾਰਾ ਵੇਦ ਨੂੰ ਮਥਨ ਕਰਕੇ ਘੋਟ ਘੋਟ ਕੇ, ਭਾਵ ਚੰਗੀ ਤਰ੍ਹਾਂ ਇਸ ਸ਼ਾਮ ਵੇਦ ਨੂੰ ਪੜ੍ਹਿਆ, ਵਿਚਾਰਿਆ, ਸੁਣਾਇਆ, ਕਥਾ ਵੀ ਕਰ ਦਿੱਤੀ, ਪਰ ਤ੍ਰਿਪਤ ਨਾ ਆਵੀ, ਅੰਦਰ ਨੂੰ ਉਹ ਸਕੂਨ ਨਾ ਮਿਲਿਆ, ਅੰਦਰ ਨੂੰ ਉਹ ਸੁੱਖ ਨਾ ਮਿਲਿਆ, ਅੰਦਰ ਨੂੰ ਉਹ ਤ੍ਰਿਪਤੀ ਨਾ ਆਈ। ਤੇ ਹੋਇਆ ਕਿ ਅਗਨੀ ਅੰਦਰ ਤਪਤ ਤਪਾਇਆ, ਇਸ ਭਰਮ ਦੀ ਅੱਗ ਵਿੱਚ, ਵਾਸ਼ਨਾ ਦੀ ਅੱਗ ਵਿੱਚ, ਸੰਸਾਰ ਦੇ ਭਰਮ ਦੀ ਅੱਗ ਵਿੱਚ, ਮੋਹ ਦੀ ਅੱਗ ਵਿੱਚ। ਸੋ ਜਿਤਨੀ ਵੀ ਅੱਗ ਅਸੀਂ ਇਸ ਮਨੁੱਖੀ ਜੀਵਨ ਦੇ ਨਾਲ ਵਿਆਖਿਆ ਕਰ ਲਈਏ ਸੋ ਥੋੜ੍ਹੀ ਹੈ। ਉਸ ਅੱਗ ਦੇ ਵਿੱਚ ਆਪ ਵੀ ਤਪੇ, ਆਪ ਵੀ ਤਪਣਾ ਕੀਤਾ ਅਤੇ ਸੰਸਾਰ ਨੂੰ ਵੀ ਇਸ ਭਰਮ ਦੀ ਅੱਗ ਦੇ ਵਿੱਚ ਤਪਾਉਣਾ ਕੀਤਾ। ਉਹਦਾ ਫਿਰ ਨਿਚੋੜ ਕੀ ਨਿਕਲਦਾ, ਕਿਉਂਕਿ ਉਹਦਾ ਨਤੀਜਾ ਤਾਂ ਹੁਣ ਕੁਛ ਵੀ ਸੰਸਾਰ 'ਤੇ ਕਰਾਂਗੇ ਆਖਰ ਨਿਕਲੇਗਾ। ਤਾਂ ਭਾਈ ਸਾਹਿਬ ਜ਼ਿਕਰ ਕਰਦੇ, ਮਾਇਆ ਡੰਡ ਨਾ ਉਤਰੇ, ਜਮ ਡੰਡੇ ਬਹੁ ਦੁੱਖ ਰੁਆਇਆ। ਇਹ ਮਾਇਆ ਦਾ ਡੰਡ ਜਿਹੜਾ ਸੀ, ਭਾਵ ਇਹ ਮਾਇਆ ਦੀ ਪੀੜਾ, ਮਾਇਆ ਦਾ ਸੰਤਾਪ ਸਿਰੋਂ ਨਹੀਂ ਉਤਰਿਆ। ਜਦੋਂ ਅੰਦਰ ਭਰਮ ਬਣਿਆ ਰਿਹਾ, ਸੁਭਾਵਿਕ ਹੈ ਸੰਸਾਰ ਦੀ ਮਾਇਆ ਦਾ ਡੰਡ ਨਹੀਂ ਉਤਰੇਗਾ।
ਤੇ ਜਿੰਨਾ ਚਿਰ ਮਾਇਆ ਦਾ ਦੰਡ ਲੱਗਾ ਰਹੇਗਾ, ਮਾਇਆ ਗ੍ਰਸਿਆ ਜੀਵ ਰਹੇਗਾ, ਜਿੰਨਾ ਚਿਰ ਮਾਇਆ ਦੀ ਪਕੜ ਵਿੱਚ ਜੀਵ ਰਹੇਗਾ, ਸੁਭਾਵਕ ਹੈ ਕਰਤਾਰ ਨਾਲੋਂ, ਪਰਮਾਤਮਾ ਨਾਲੋਂ, ਪਰਮੇਸ਼ਰ ਨਾਲੋਂ ਟੁੱਟਿਆ ਰਹੇਗਾ। ਜਦੋਂ ਟੁੱਟਿਆ ਰਹੇਗਾ ਤੇ ਹੁਣ ਤੀਸਰਾ ਸਟੈਪ ਤੇ ਜਿਹੜਾ ਉਹ ਜ਼ਿੰਦਗੀ 'ਚ ਚੁੱਕਣਾ ਪਵੇਗਾ ਜਾਂ ਆਉਣਾ ਹੀ ਆਉਣਾ, ਉਹ ਕੀ ਹੈ? ਜਮ ਦੰਡ। ਜਿਹੜੇ ਉਹਦੇ ਨਾਮ ਤੋਂ ਵਾਂਝੇ ਨੇ, ਨਾਮ ਤੋਂ ਟੁੱਟ ਗਏ ਨੇ, ਉਹਨਾਂ ਨੂੰ ਕੋਈ ਵੀ ਫਿਰ ਜਮਾਂ ਦੀ ਮਾਰ ਤੋਂ ਜਿਹੜਾ ਉਹ ਨਹੀਂ ਬਚਾ ਸਕਦਾ। ਇਸ ਲਈ ਇੱਥੇ ਜ਼ਿਕਰ ਕੀਤਾ ਜਮ ਦੰਡ ਮਾਇਆ ਡੰਡ ਨਾ ਉਤਰੇ। ਜਦੋਂ ਮਾਇਆ ਦਾ ਡੰਡ ਨਹੀਂ ਉਤਰਿਆ, ਜਮ ਡੰਡੇ ਬਹੁ ਦੁਖਰੂ ਆਇਆ, ਜਮਾਂ ਦੀ ਮਾਰ ਸਿਰ 'ਤੇ ਪਈ, ਜਮਾਂ ਦੇ ਦੁੱਖ ਮਿਲੇ, ਜਿਸ ਦੇ ਸਦਕਾ ਬਾਹਰਲੇ ਦੁੱਖ ਜਿਹੜੇ ਸੀ ਉਹਨਾਂ ਦੇ ਨਾਲ ਆਪਣੇ ਆਪ ਨੂੰ ਰੌਣਾ ਕੀਤਾ। ਭਾਵ ਆਪਣੇ ਆਪ ਨੂੰ ਵੀ ਦੁੱਖ ਦਿੱਤਾ, ਖੁਦ ਨੂੰ ਵੀ ਦੁੱਖ ਮਿਲਿਆ, ਅਤੇ ਜਿੰਨਿਆਂ ਨੂੰ ਉਸ ਅੱਗ ਦੇ ਵਿੱਚ ਤਪਾਇਆ ਸੀ, ਭਰਮ ਦੀ ਅੱਗ ਦੇ ਵਿੱਚ, ਉਹਨਾਂ ਨੂੰ ਵੀ ਅਖੀਰ ਇਹ ਸਾਰਾ ਦੁੱਖ ਜਿਹੜਾ ਉਹ ਮਿਲਿਆ। ਫਿਰ ਜਾ ਕਰ ਕੇ ਜਦੋਂ ਆਪਣੇ ਦੁੱਖ ਨੂੰ ਮਹਿਸੂਸ ਕੀਤਾ ਵੀ ਮੈਂ ਇੰਨੇ ਵੇਦ ਪੜ੍ਹ ਕੇ, ਇਹਨਾਂ ਧਰਮ ਦਾ ਗਿਆਨ ਪ੍ਰਾਪਤ ਕਰਕੇ ਵੀ ਅੰਦਰ ਅੱਗ ਤੇ ਮੇਰੀ ਹਾਲੇ ਤੱਕ ਬੁਝਦੀ ਨਹੀਂ ਪਈ, ਫਿਰ ਦੁਖੀ ਹੋ ਕਰਕੇ ਨਾਰਦ ਮੁਨ ਉਪਦੇਸਿਆ, ਮਥ ਭਾਗਵਤ ਗੁਣ ਗੀਤ ਕਰਾਇਆ। ਨਾਰਦ ਮੁਨੀ ਦੇ ਕੋਲ ਗਏ, ਜਦੋਂ ਵੇਦ ਵਿਆਸ ਨਾਰਦ ਮੁਨੀ ਕੋਲ ਗਏ, ਜਾ ਕਰਕੇ ਆਪਣੀ ਸਾਰੀ ਵਿਥਿਆ, ਆਪਣੀ ਪੀੜਾ, ਆਪਣਾ ਦੁੱਖ ਜਿਹੜਾ ਸੀ ਉਹ ਸੁਣਾਇਆ, ਆਪਣੀ ਦਰਦ ਭਰੀ ਕਹਾਣੀ ਜਿਹੜੀ ਸੀ ਉਹ ਵਿਖਿਆਨ ਕੀਤੀ। ਨਾਰਦ ਮੁਨੀ ਨੂੰ ਤਰਸ ਆਇਆ, ਉਹਨੇ ਫਿਰ ਇਹਦੀ ਪੀੜਾ ਸੁਣ ਕਰਕੇ ਇਹਨੂੰ ਇੱਕ ਉਪਦੇਸ਼ ਦਿੱਤਾ। ਨਾਰਦ ਮੁਨ ਉਪਦੇਸ਼ਿਆ, ਨਾਰਦ ਮੁਨੀ ਨੇ ਉਪਦੇਸ਼ ਕੀਤਾ ਤੇ ਉਸ ਦੇ ਕੋਲੋਂ ਫਿਰ ਭਾਗਵਤ ਸੰਬੰਧੀ, ਭਾਵ ਭਾਗਵਤ ਦਾ ਇੱਕ ਅਰਥ ਹੈ ਉਸ ਭਗਵਤ ਭਗਵਾਨ ਅਕਾਲ ਪੁਰਖ ਪਰਮੇਸ਼ਰ ਦੇ ਸੰਬੰਧੀ ਉਹਦੇ ਗੁਣਾਂ ਦਾ ਗਾਇਨ, ਗੁਣ ਗੀਤ ਜਿਹੜੇ ਸੀ ਉਹਨਾਂ ਨੂੰ ਕਰਵਾਇਆ, ਭਾਵ ਕਿ ਸੁਣਨਾ ਕੀਤਾ। ਫਿਰ ਇੱਕ ਅਰਥ ਇਸ ਤਰ੍ਹਾਂ ਵੀ ਨਾਰਦ ਮੁਨੀ ਨੇ ਉਪਦੇਸ਼ ਕੀਤਾ, ਫਿਰ ਵੇਦ ਵਿਆਸ ਰਿਖੀ ਨੇ ਭਾਗਵਤ ਪਰਮੇਸ਼ਰ ਦੇ ਗੁਣਾਂ ਦਾ ਜਸ ਮੱਥ ਕੇ ਉਹ ਗੁਣਾਂ ਦਾ ਗੁਣ ਗਾਇਨ ਜਿਹੜਾ ਸੀ ਉਹ ਕੀਤਾ। ਭਾਵ ਇਸ ਤਰ੍ਹਾਂ ਕਹਾਂ ਕਿ ਨਾਰਦ ਮੁਨੀ ਨੇ ਫਿਰ ਵੇਦ ਵਿਆਸ ਤੋਂ ਪਰਮੇਸ਼ਰ ਦੇ ਗੁਣਾਂ ਦਾ ਵਿਖਿਆਨ ਕਰਵਾਇਆ, ਤਾਂ ਜਾ ਕਰਕੇ ਫਿਰ ਇਹਦਾ ਛੁਟਕਾਰਾ ਹੁੰਦਾ। ਬਿਨ ਸਰਣੀ ਨਹਿ ਕੋਏ ਤਰਾਇਆ। ਸੋ ਭਾਈ ਸਾਹਿਬ ਜ਼ਿਕਰ ਕਰਦੇ ਨੇ, ਨਿਚੋੜ ਕੱਢਦੇ ਹਾਂ ਕਿ ਗੁਰੂ ਦੀ ਸ਼ਰਨ ਪਏ ਤੋਂ ਬਿਨਾਂ ਅੱਜ ਤੱਕ ਕੋਈ ਨਹੀਂ ਤਰਿਆ। ਜੇ ਅਸੀਂ ਕਹਿ ਦਈਏ ਅਸੀਂ ਗੁਰੂ ਦੀ ਸ਼ਰਨ ਪਏ ਤੋਂ ਬਿਨਾਂ ਇਸ ਪਵਜਲ ਸਾਗਰ ਸੰਸਾਰ ਸਮੁੰਦਰ ਤੋਂ ਤਰ ਜਾਵਾਂਗੇ, ਨਹੀਂ। ਸਾਹਿਬ ਨੇ ਬਾਣੀ ਅੰਦਰ ਬਹੁਤ ਵਾਰ ਇਸ ਗੱਲ ਦੇ ਉੱਤੇ ਮੋਹਰ ਲਾਈ ਕਿ ਉਹਦੇ ਤੋਂ ਬਿਨਾਂ ਨਾ ਕੋਈ ਤਰਿਆ, ਨਾ ਅੱਜ ਦੇ ਸਮੇਂ ਕੋਈ ਤਰ ਰਿਹਾ, ਅਤੇ ਨਾ ਇਸ ਸ੍ਰਿਸ਼ਟੀ ਦੇ ਅੰਤ ਪਰਯੰਤ ਜਾ ਕਰਕੇ ਵੀ ਜੇ ਕੋਈ ਕਵੇ ਕਿ ਸ਼ਾਇਦ ਸਾਇੰਸ ਬੜੀ ਤਰੱਕੀ ਕਰ ਰਹੀ ਹੈ, ਮਨੁੱਖ ਬਹੁਤ ਤਰੱਕੀ ਕਰ ਰਿਹਾ, ਹੋ ਸਕਦਾ ਜੀ ਕਿਤੇ 10-20 ਸਦੀਆਂ ਬਾਅਦ ਜਾ ਕਰਕੇ ਜੇ ਧਰਤੀ ਰਹਿ ਗਈ ਤਾਂ ਉਦੋਂ ਮਨੁੱਖ ਇੰਨੀ ਕੁ ਤਰੱਕੀ ਕਰ ਜਾਏਗਾ ਵੀ ਸ਼ਾਇਦ ਉਹਨੂੰ ਕਿਸੇ ਗੁਰੂ ਦੀ ਲੋੜ ਨਹੀਂ ਪਏਗੀ, ਉਹ ਸਿੱਧਾ ਹੀ ਸੰਸਾਰ ਤੋਂ ਸਾਇੰਸ ਦੇ ਆਸਰੇ 'ਤੇ ਤਰ ਜਾਏਗਾ। ਜਿਵੇਂ ਅੱਜ ਅਸੀਂ ਕਹਿ ਦਈਏ ਕਿ ਇੱਕ ਮੁਲਕ ਦੀ ਆਵਾਜ਼, ਫੋਨ 'ਤੇ ਗੱਲ ਕਰਦੇ ਹਾਂ, ਇੱਧਰੋਂ ਕੱਢੀ ਹੋਈ ਆਵਾਜ਼ 1 ਸੈਕਿੰਡ ਦੇ ਵਿੱਚ 7 ਸਮੁੰਦਰਾਂ ਪਾਰ ਪਹੁੰਚ ਜਾਂਦੀ ਹੈ। ਇੱਕ ਮਨੁੱਖ ਇੱਧਰੋਂ ਜਹਾਜ਼ ਬਹਿੰਦਾ, ਕੁਝ ਘੰਟਿਆਂ ਵਿੱਚ 7 ਸਮੁੰਦਰਾਂ ਪਾਰ ਜਾ ਉਤਰਦਾ ਹੈ। ਸ਼ਾਇਦ ਕਿਤੇ ਕੱਲ੍ਹ ਨੂੰ ਬੰਦਾ ਇਹ ਸੋਚ ਲੇ ਵੀ ਸਾਇੰਸ ਇੰਨੀ ਤਰੱਕੀ ਕਰ ਲਏਗੀ ਕਿ ਮਨੁੱਖ ਗੁਰੂ ਤੋਂ ਬਿਨਾਂ ਹੀ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਵੀ ਪਾਰ ਹੋ ਜਾਏਗਾ। ਪਰ ਭਾਈ ਸਾਹਿਬ ਕਹਿੰਦੇ ਨਹੀਂ, ਬਿਨ ਸ਼ਰਣੀ ਨਹਿ ਕੋਏ ਤਰਾਇਆ। ਗੁਰੂ ਦੀ ਸ਼ਰਨ ਤੋਂ ਬਿਨਾਂ ਭਾਈ ਕੋਈ ਅੱਜ ਤੱਕ ਨਾ ਤਰਿਆ, ਨਾ ਤਰਦਾ ਹੈ। ਭਾਵ ਵਿਆਸ ਵੇਦ ਨੇ ਭਾਵੇਂ 18 ਪੁਰਾਣ ਵੇਦ ਬੜੀ ਵਾਰ ਘੋਖ ਲਏ ਸਨ, ਜੋ ਪੌੜੀ ਦਾ ਨਿਚੋੜ ਹੈ, ਬੜੀ ਵਾਰ ਉਹਨੇ ਘੋਖੇ ਨੇ, ਕੋਈ ਇੱਕ ਅੱਧੀ ਵਾਰ ਨਹੀਂ ਉਹਨੇ ਪੜ੍ਹੇ, ਬੜੀ ਵਾਰ ਪੜ੍ਹੇ, ਪਰੰਤੂ ਮਨ ਦੇ ਵਿੱਚ ਸ਼ਾਂਤੀ ਨਹੀਂ ਆਈ। ਜਦੋਂ ਸ਼ਾਂਤੀ ਨਹੀਂ ਆਈ ਤਾਂ ਨਾਰਦ ਨੇ ਉਸ ਦਾ ਭੈੜਾ ਹਾਲ ਵੇਖ ਕੇ ਚਤੁਰ ਸਲੋਕੀ ਭਾਗਵਤ ਦਿੱਤੀ, ਚਤੁਰ ਸਲੋਕੀ ਭਾਗਵਤ ਗੀਤਾ ਜਿਹੜੀ ਉਹ ਦਿੱਤੀ, ਅਤੇ ਕਿਹਾ ਭਗਤੀ ਦੇ ਨਾਲ ਗੁਣਾਨੁਵਾਦ ਕਰ, ਪ੍ਰੇਮਾ ਭਗਤੀ ਦੇ ਨਾਲ ਗੁਣਾਨੁਵਾਦ ਕਰ ਇਹਦਾ। ਸੋ ਜਦੋਂ ਬੜੇ ਪ੍ਰੇਮ ਦੇ ਨਾਲ ਕੀਤਾ ਅਤੇ ਇਸ ਤਰ੍ਹਾਂ ਕਰਨ ਦੇ ਨਾਲ ਉਹਦਾ ਮਨੋਰਥ ਜਿਹੜਾ ਸੀ ਉਹ ਸਿੱਧ ਹੋ ਗਿਆ। ਭਾਵ ਉਹ ਵੇਦ ਵਿਆਸ ਨੂੰ ਅੰਦਰ ਦਾ ਸਕੂਨ, ਅੰਦਰ ਦੀ ਸ਼ਾਂਤੀ ਜਿਹੜੀ ਉਹ ਮਿਲ ਗਈ ਹੈ। ਸੋ ਇਸ ਤਰ੍ਹਾਂ ਉਸ ਸਮੇਂ ਵੇਦਾਂਤ ਮਤ ਦੇ ਬਾਬਤ ਜੋ ਪ੍ਰਚਲਿਤ ਖਿਆਲ ਸੀ ਉਹ ਭਾਈ ਸਾਹਿਬ ਨੇ ਇਸ 11ਵੀਂ ਪੌੜੀ ਦੇ ਵਿੱਚ ਜ਼ਿਕਰ ਕਰਕੇ ਅੱਗੇ ਆਪਣਾ ਸਿਧਾਂਤ ਪੇਸ਼ ਕਰਦਿਆਂ ਕਿਹਾ ਕਿ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਪੈ ਤੋਂ ਬਿਨਾਂ ਕੋਈ ਅੱਜ ਤੱਕ ਨਹੀਂ ਤਰਦਾ ਹੈ। ਅੱਗੇ 12ਵੀਂ ਪੌੜੀ 'ਚ ਕਿਰਪਾ ਕਰਦੇ ਨੇ,
ਦੁਆਪਰ ਜਗ ਬੀਤਤ ਪਹੇ, ਕਲ ਯੁਗ ਕੇ ਸਿਰ ਛਤਰ ਫੇਰਾਈ। ਸੋ ਦੁਆਪਰ ਯੁਗ ਬੀਤ ਗਿਆ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਪੈ ਭਗਤਹਿ ਜਨ ਦੀਓ। ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਦਾ ਸਮਾਂ ਸੀ। ਸੋ ਉਹ ਦੁਆਪਰ ਯੁਗ ਬੀਤਿਆ, ਕਲ ਯੁਗ ਦਾ ਸਮਾਂ ਆਇਆ ਤੇ ਇਹ ਜਿਹੜਾ ਸਮੇਂ ਦਾ ਕਾਲ ਚੱਕਰ ਸੀ, ਇਹ ਕਲ ਯੁਗ ਦੇ ਸਿਰ ਦੇ ਉੱਤੇ ਝੁੱਲਣ ਲੱਗਾ। ਇੰਜ ਕਹਿ ਦਈਏ ਕਲ ਯੁਗ ਦਾ ਰਾਜ ਆ ਗਿਆ। ਸਮੇਂ ਦਾ ਚੱਕਰ ਜਿਹੜਾ ਸੀ, ਛਤਰ ਜਿਹੜਾ ਸੀ, ਇਹ ਕਲ ਯੁਗ ਦੇ ਸੀਸ ਦੇ ਉੱਤੇ ਸ਼ੋਭਣ ਲੱਗ ਪਿਆ। ਵੇਦ ਅਥਰਬਣ ਥਾਪਿਆ, ਉੱਤਰ ਮੁਖ ਗੁਰਮੁਖ ਗੁਣ ਗਾਈ। ਹੁਣ ਕਲਯੁਗ ਦੇ ਵਿੱਚ ਅਥਰਬਣ ਵੇਦ ਜਿਹੜਾ ਸੀ, ਇਹਨੂੰ ਬਹੁਤ ਭਾਰੀ ਮੰਨਿਆ ਗਿਆ, ਇਹਨੂੰ ਥਾਪਣ ਕਰ ਦਿੱਤਾ ਗਿਆ। ਪਿੱਛੇ ਵੀ ਆਪਾਂ ਪੌੜੀਆਂ ਜ਼ਿਕਰ ਕੀਤਾ ਹੈ। ਸੋ ਬੇਨਤੀ ਇਹੀ ਹੈ ਕਿ ਜਿਤਨੇ ਵੀ ਵਿਚਾਰ ਹੈ, ਜਿਤਨੀਆਂ ਵੀ ਪੌੜੀਆਂ, ਯਤਨ ਕਰੋ ਨਾਲ ਨਾਲ ਸਾਨੂੰ ਕੰਠ ਹੁੰਦੀਆਂ ਰਹਿਣ। ਸੋ ਇਸ ਤਰ੍ਹਾਂ ਪਿੱਛੇ ਵੀ ਜਦੋਂ ਜ਼ਿਕਰ ਆਇਆ ਕਿ ਕਿਹੜੇ ਯੁੱਗ ਦੇ ਵਿੱਚ ਖੱਤਰੀ ਜਿਹੜਾ ਸੀ ਉਹ ਦੂਜੇ ਪਾਸੇ ਨੂੰ ਮੂੰਹ ਕਰਦਾ ਸੀ, ਵੈਸ਼ ਜਿਹੜਾ ਹੈ ਉਹ ਦੂਜੇ ਪਾਸੇ ਮੂੰਹ ਕਰਕੇ ਬਹਿੰਦਾ। ਭਾਵ ਕਿ ਹਰ ਇੱਕ ਫਿਰਕਾ ਜਿਹੜਾ ਸੀ ਉਹਦਾ ਹਰ ਵੇਦ ਨੂੰ ਪੜ੍ਹਨ ਦਾ ਤਰੀਕਾ ਵੱਖਰਾ ਸੀ, ਦਿਸ਼ਾ ਵੱਖਰੀ ਸੀ, ਕੱਪੜਿਆਂ ਦੇ ਰੰਗ ਵੱਖਰੇ ਸਨ, ਹੱਥਾਂ ਵਿੱਚ ਫੜੀ ਹੋਈ ਮਾਲਾ ਵੱਖਰੀ ਸੀ, ਸਰੀਰ ਦੇ ਕੀਤੇ ਹੋਏ ਇਸ਼ਾਰੇ ਭਾਵ ਜਿਹੜੇ ਸਨ ਉਹ ਵੱਖਰੇ ਸਨ, ਯੱਗ ਕਰਨ ਤੇ ਯੱਗ ਵਿੱਚ ਦੇਣ ਵਾਲੇ ਦਾਨ ਵੱਖੋ ਵੱਖਰੇ ਸਨ। ਸੋ ਇਸੇ ਤਰ੍ਹਾਂ ਜਦੋਂ ਅਥਰਬਣ ਵੇਦ ਦਾ ਸਮਾਂ ਆਇਆ ਤਾਂ ਉੱਤਰ ਵੱਲ ਮੂੰਹ ਕਰਕੇ ਲੋਕ ਜਿਹੜੇ ਸਨ ਉੱਤਰ ਮੁਖ ਗੁਰਮੁਖ ਗੁਣ ਗਾਈ। ਗੁਰਮੁਖ ਦਾ ਭਾਵ ਜੋ ਉਸ ਵੇਲੇ ਆਪਣੇ ਆਪ ਨੂੰ ਗੁਰੂਆਂ ਦੇ ਅਨੁਸਾਰ ਚੱਲਣ ਵਾਲਾ ਮੰਨਦੇ ਸਨ, ਕਿਉਂਕਿ ਗੁਰਮੁਖ ਦਾ ਅਰਥ ਹੁੰਦਾ ਹੈ ਜੋ ਗੁਰੂ ਵੱਲ ਮੁਖ ਕਰਕੇ ਚੱਲਦਾ ਹੈ। ਅਤੇ ਉਦੋਂ ਵੀ ਲੋਕ ਕੋਈ ਕਿਸੇ ਰਿਖੀ ਨੂੰ ਗੁਰੂ ਮੰਨਦਾ ਸੀ, ਕੋਈ ਕਿਸੇ ਨੂੰ ਆਪਣਾ ਗੁਰੂ ਮੰਨਦਾ ਸੀ। ਸੋ ਉਹ ਇਹੀ ਕਹਿੰਦਾ ਸੀ ਮੈਂ ਆਪਣੇ ਗੁਰੂ ਦੇ ਸਿਧਾਂਤਾਂ ਅਨੁਸਾਰ ਚੱਲਦਾ। ਸੋ ਉਹਨਾਂ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ ਅਥਰਬਣ ਵੇਦ ਨੂੰ ਮੰਨਣ ਵਾਲੇ ਜਿਹੜੇ ਗੁਰਮੁਖ ਸਨ ਉਹ ਆਪਣੇ ਗੁਰੂ ਦੇ ਦੱਸੇ ਹੋਏ ਮੁਤਾਬਕ ਉੱਤਰ ਵਾਲੇ ਪਾਸੇ ਮੂੰਹ ਕਰਕੇ ਭਜਨ ਬੰਦਗੀ ਕਰਦੇ ਸੀ, ਪਰਮੇਸ਼ਰ ਦਾ ਸਿਮਰਨ ਕਰਦੇ ਸੀ, ਯੱਗ ਸਾਧਨਾ ਕਰਦੇ ਸਨ। ਕਪਲੇਰ ਖੀਸੁਰ ਸਾਂਖ ਮਥ, ਅਥਰਬਣ ਵੇਦ ਕੀ ਰਿਚਾ ਸੁਣਾਈ। ਪਿੱਛੇ ਕਲਯੁਗ ਦੇ ਵਿੱਚ ਵੀ ਇਹ ਚੱਲਦਾ ਪਿਆ ਹੈ, ਕਿਉਂਕਿ ਕਲਯੁਗ ਦੇ ਵਿੱਚ ਹੁਣ ਜਦੋਂ ਇਹ ਥਾਪਣਾ ਹੋ ਗਈ ਤਾਂ ਹੁਣ ਇੱਥੇ ਕਪਲ ਰਿਖੀ ਫਿਰ ਅੱਗੇ ਜ਼ਿਕਰ ਕਰਦੇ। ਕਪਲ ਬਹੁਤ ਵੱਡਾ ਇੱਕ ਰਿਖੀ ਹੋਇਆ, ਇਹਦੇ ਬਾਣੀ ਦੇ ਵਿੱਚ ਵੀ ਜ਼ਿਕਰ ਨੇ, ਹੋਰ ਵੀ ਇਹਦੇ ਜੀਵਨ ਨਾਲ ਵੀ ਬਹੁਤ ਘਟਨਾਵਾਂ ਜਿਹੜੀਆਂ ਉਹ ਜੁੜੀਆਂ ਨੇ। ਇਹਨੇ ਅਥਰਬਣ ਵੇਦ ਨੂੰ ਕੋਖਿਆ, ਕਿਉਂਕਿ ਕਲਯੁਗ ਦਾ ਸਮਾਂ ਸੀ ਤਾਂ ਪਿਛਲਾ ਦੁਆਪਰ ਯੁੱਗ ਬਤੀਤ ਹੋਇਆ, ਅਥਰਬਣ ਵੇਦ ਨੂੰ ਕੋਖਿਆ ਗਿਆ ਇਸ ਕਲਯੁਗ ਦੇ ਅੰਦਰ। ਹੁਣ ਕਪਿਲ ਰਖੀਸਰ ਨੇ ਕੀ ਕੀਤਾ, ਅਥਰਬਣ ਵੇਦ ਨੂੰ ਚੰਗੀ ਤਰ੍ਹਾਂ ਕੋਖ ਕੇ ਵਿਚਾਰ ਕੇ ਉਹਦੀ ਰਿਚਾ ਜਿਹੜੀ ਸੀ, ਭਾਵ ਸ਼ਰੂਤੀ ਦਾ ਨਾਮ ਜਿਹੜਾ ਸੀ, ਸ਼ਾਂਖ ਸ਼ਾਸਤਰ ਜਿਹੜਾ ਸੀ, ਉਹ ਸੰਸਾਰ ਨੂੰ ਸੁਣਾਉਣਾ ਕੀਤਾ। ਭਾਵ ਇਹ ਸੀ ਕਿ ਸੰਸਾਰ ਦੇ ਅੰਦਰ ਅਥਰਬਣ ਵੇਦ ਨੂੰ ਮੰਥਨ ਕਰਕੇ ਬਹੁਤ ਸੰਖੇਪ ਅਰਥਾਂ ਦੇ ਅੰਦਰ ਉਹਦਾ ਨਿਚੋੜ, ਉਹਦਾ ਸਿਧਾਂਤ ਜਿਹੜਾ ਸੀ ਉਹ ਸੰਸਾਰ ਦੇ ਸਾਹਮਣੇ ਰੱਖਿਆ। ਅਤੇ ਫਿਰ ਅੱਗੇ ਕੀ ਹੁੰਦਾ ਹੈ, ਗਿਆਨ ਮਹਾਰਸ ਪੀਅ ਕੈ, ਸਿਮਰੇ ਨਿਤ ਅਨਿਤ ਨਿਆਈ। ਗਿਆਨ ਰੂਪੀ ਮਹਾਰਸ ਅੰਮ੍ਰਿਤ ਨੂੰ ਪਾਨ ਕਰੇ। ਸੰਸਾਰ ਨੂੰ ਇਹ ਸਿਧਾਂਤ ਦਿੱਤਾ ਅਥਰਬਣ ਵੇਦ ਨੂੰ ਮਥਨ ਕਰਕੇ। ਕਪਿਲ ਰਿਖੀ ਨੇ ਸੰਸਾਰ ਨੂੰ ਇਹ ਸਿਧਾਂਤ ਦਿੱਤਾ ਕਿ ਮਨੁੱਖ ਇਸ ਕਲੀ ਕਾਲ ਦੇ ਸਮੇਂ ਅੰਦਰ, ਇਸ ਮਨੁੱਖਾ ਜਾਮੇ ਦੇ ਅੰਦਰ ਕੀ ਕਰੇ, ਗਿਆਨ ਰੂਪੀ ਮਹਾਰਸ ਜਿਹੜਾ, ਹਾਲਾਂਕਿ ਸਿੱਖ ਨੂੰ ਨਾਮ ਰਸ ਦੇ ਨਾਲ ਵੀ ਜੁੜਨ ਦੀ ਬਾਤ ਕਹੀ, ਪਰ ਜ਼ਿਕਰ ਕਰਾਂ ਕਪਿਲ ਰਿਖੀ ਨੇ ਕਿਹਾ ਗਿਆਨ ਮਹਾਰਸ ਹੈ, ਸਾਰਿਆਂ ਤੋਂ ਵੱਡਾ ਰਸ ਹੈ, ਉਹਨੂੰ ਪਾਨ ਕਰੇ ਇਹ ਜੀਵ ਕਲਯੁਗੀ। ਫਿਰ ਕੀ ਕਰੇ, ਉਹਨੂੰ ਪਾਨ ਕਰਨ ਤੋਂ ਬਾਅਦ ਨਿਤ ਅਨਿਤ ਦਾ ਨਿਰਣਾ ਕਰੇ ਕਿ ਪਰਮਾਤਮਾ ਜਿਹੜਾ ਉਹ ਸਦਾ ਰਹਿਣ ਵਾਲਾ, ਅਸੀਂ ਜੀਵ ਜਿਹੜੇ ਹਾਂ ਇਹ ਨਾਸ਼ਵਾਨ ਹਾਂ, ਸ੍ਰਿਸ਼ਟੀ ਜਿਹੜੀ ਹੈ ਇਹ ਨਾਸ਼ਵਾਨ ਹੈ, ਉਹ ਅਨਾਦਿ ਹੈ। ਉਹ ਭਾਵ ਸ੍ਰਿਸ਼ਟੀ ਦੇ ਆਦਿ ਤੋਂ ਪਹਿਲਾਂ ਤੋਂ ਹੈ, ਪਰ ਅਸੀਂ ਸਮੇਂ ਸਮੇਂ 'ਤੇ ਬਣਦੇ ਹਾਂ, ਟੁੱਟਦੇ ਹਾਂ, ਜੁੜਦੇ ਹਾਂ, ਵਿਛੜਦੇ ਹਾਂ। ਸੋ ਇਸ ਤਰ੍ਹਾਂ ਨਿਤ ਅਨਿਤ ਨਿਆਈ ਇਸ ਗੱਲ ਨੂੰ ਰੋਜ਼ ਨਿਰਣਾ ਕਰੇ, ਭਾਵ ਨਿਸਤਾਰਾ ਕਰੇ, ਆਪਣੇ ਅੰਦਰ ਵਿਚਾਰ ਕਰਨੀ ਕਰੇ। ਗਿਆਨ ਬਿਨਾ ਨਹਿ ਪਾਈਐ, ਜੇ ਕੋਈ ਕੋਟ ਯਤਨ ਕਰ ਧਾਈ। ਕਪਿਲ ਰਿਖੀ ਨੇ ਸਮਝਾਇਆ ਦੁਨੀਆ ਨੂੰ
ਕਿ ਗਿਆਨ ਤੋਂ ਬਿਨਾ ਪਰਮਾਤਮਾ ਨੂੰ ਪਾਇਆ ਨਹੀਂ ਜਾਂਦਾ। ਜੇ ਜੁਗਤ ਹੈ ਤਾਂ ਮੁਕਤ ਹੋਏਗੀ। ਗਿਆਨ ਹੋਏਗਾ, ਗਿਆਨ ਦੇ ਦੁਆਰਾ ਉਹਦੇ ਨਾਲ ਜੁੜੋਗੇ। ਜਦੋਂ ਉਹਦੇ ਨਾਲ ਜੁੜਾਂਗੇ ਤਾਂ ਫਿਰ ਉਸ ਪਰਮੇਸ਼ਰ ਦੇ ਬਾਰੇ ਵਿੱਚ ਕੁਝ ਸਮਝ ਆਏਗੀ। ਭਾਵ ਇਹ ਪਹਿਲਾਂ ਉਹਦੇ ਬਾਰੇ ਕੁਝ ਗਿਆਨ ਤੇ ਪ੍ਰਾਪਤ ਹੋਵੇ। ਫਰਜ਼ ਕਰੋ ਸੰਸਾਰਕ ਤੌਰ 'ਤੇ ਸਾਨੂੰ ਕਿਸੇ ਚੀਜ਼ ਦਾ ਕੋਈ ਗਿਆਨ ਹੀ ਨਹੀਂ, ਅਸੀਂ ਉਹਦੇ ਤੋਂ ਲਾਭ ਨਹੀਂ ਲੈ ਸਕਦੇ। ਜੇ ਉਦਾਹਰਨ ਦੇ ਤੌਰ 'ਤੇ ਕਹਾਂ, ਇੱਕ ਬਜ਼ੁਰਗ ਹੈ, ਉਹਦੇ ਹੱਥ ਵਿੱਚ ਬਹੁਤ ਮਹਿੰਗਾ ਫੋਨ ਫੜਾ ਦਿੱਤਾ ਜਾਵੇ, ਉਹਨੂੰ ਉਹਦੇ ਬਾਰੇ ਕੋਈ ਗਿਆਨ ਨਹੀਂ, ਉਹਦੇ ਤੋਂ ਕੋਈ ਫਾਇਦਾ ਨਹੀਂ ਚੁੱਕ ਸਕੇਗਾ। ਇੱਕ ਛੋਟੇ ਜਿਹੇ ਬੱਚੇ ਨੂੰ ਜਦੋਂ ਫੜਾ ਦਿੱਤਾ ਗਿਆ, ਉਹਨੂੰ ਉਹਦੇ ਬਾਰੇ ਗਿਆਨ ਹੈ, ਉਹਦੇ ਵਿੱਚ ਗੇਮ ਵੀ ਖੇਡੇਗਾ, ਉਹਦੇ ਵਿੱਚ ਹੋਰ ਵੀ ਬੜਾ ਕੁਝ ਜਿਹੜਾ ਉਹ ਦੇਖ ਲਏਗਾ, ਫਾਇਦਾ ਵੀ ਚੁੱਕੇਗਾ, ਉਹਦੇ ਤੋਂ ਨੁਕਸਾਨ ਵੀ ਹੋ ਸਕਦਾ ਹੋਵੇ। ਕੋਈ ਵੀ ਚੀਜ਼ ਹੈ, ਜਿੰਨਾ ਚਿਰ ਉਹਦਾ ਗਿਆਨ ਨਾ ਹੋਵੇ, ਤੁਹਾਡੇ ਹੱਥ ਦੇ ਵਿੱਚ ਵੀ ਫੜੀ ਹੋਵੇ ਚੀਜ਼, ਤੁਸੀਂ ਉਹਦੇ ਤੋਂ ਕੋਈ ਲਾਹਾ ਨਹੀਂ ਲੈ ਸਕਦੇ। ਪਰਮਾਤਮਾ ਸਾਡੇ ਅੰਦਰ ਹੈ, ਪਰ ਸਾਨੂੰ ਉਹਦੇ ਬਾਰੇ ਗਿਆਨ ਨਹੀਂ। ਹੁਣ ਇੰਝ ਕਹਿ ਲਓ ਵੀ ਜੇਬ ਦੇ ਵਿੱਚ ਹੀਰਾ ਪਾਇਆ ਹੋਵੇ, ਉਹਦਾ ਗਿਆਨ ਹੀ ਨਾ ਹੋਵੇ ਵੀ ਮੇਰੇ ਕੋਲ ਹੀਰਾ ਹੈ, ਫਿਰ ਉਹਦਾ ਇਹ ਵੀ ਗਿਆਨ ਨਾ ਹੋਵੇ ਵੀ ਇਹ ਲੱਖਾਂ ਕਰੋੜਾਂ ਮੁੱਲ ਦਾ ਹੈ, ਅਤੇ ਉਹਦੇ ਤੋਂ ਕੋਈ ਲਾਹਾ ਨਹੀਂ ਮਿਲੇਗਾ। ਗਿਆਨ ਬਹੁਤ ਵੱਡੀ ਚੀਜ਼ ਹੈ। ਇਸ ਤਰ੍ਹਾਂ ਵੀ ਸਾਖੀਆਂ ਪੜ੍ਹਦੇ ਹਾਂ ਦੁਨੀਆ ਦੀਆਂ ਕਿਤਾਬਾਂ ਦੇ ਵਿੱਚ ਵੀ ਐਸੇ ਲੋਕ ਵੀ ਹੋਏ ਜਿਨ੍ਹਾਂ ਨੂੰ ਗਿਆਨ ਨਹੀਂ ਸੀ, ਉਹਨਾਂ ਦੇ ਹੱਥ ਦੇ ਵਿੱਚ ਚੰਦਨ ਫੜੇ ਹੋਏ ਸਨ। ਇੱਕ ਦਿਨ ਇੱਕ ਘਟਨਾ ਪੜ੍ਹੀ ਸੀ ਕਿ ਕੋਈ ਲੱਕੜਹਾਰਾ ਸੀ, ਉਹ ਜੰਗਲ ਦੇ ਵਿੱਚ ਲੱਕੜਾਂ ਕੱਟਦਾ, ਉੱਥੇ ਸੁਭਾਵਿਕ ਸ਼ਿਕਾਰ ਖੇਡਦਿਆਂ ਇੱਕ ਰਾਜਾ ਆਇਆ। ਭੁੱਖ ਦੇ ਨਾਲ ਵਿਆਕੁਲ ਸੀ, ਲੰਬੇਰੇ ਸਮੇਂ ਤੋਂ ਜੰਗਲ ਵਿੱਚ ਭਟਕਦਾ ਸੀ। ਲੱਕੜਹਾਰੇ ਨੇ ਉਹਦੀ ਮਦਦ ਕਰ ਦਿੱਤੀ। ਜਦੋਂ ਮਦਦ ਕੀਤੀ, ਰਾਜਿਆਂ ਦਾ ਸੁਭਾਅ ਹੁੰਦਾ ਸੀ ਮਦਦ ਕਰਨ ਵਾਲੇ ਨੂੰ ਕੁਛ ਦੇਣਾ। ਮਦਦ ਕੀਤੀ, ਉਹਨੇ ਖੁਸ਼ ਹੋ ਕੇ ਰਾਜ ਦਰਬਾਰ ਵਿੱਚ ਸੱਦਿਆ ਅਤੇ ਖੁਸ਼ ਹੋ ਕਰਕੇ ਉਹਨੂੰ ਇਨਾਮ ਦੇ ਤੌਰ 'ਤੇ ਪੂਰਾ ਬਹੁਤ ਵੱਡਾ ਇੱਕ ਬਾਗ ਜਿਹੜਾ ਸੀ ਉਹ ਚੰਦਨ ਦਾ ਦੇ ਦਿੱਤਾ। ਹੁਣ ਲੱਕੜਹਾਰੇ ਨੂੰ ਇਹ ਨਹੀਂ ਪਤਾ ਕਿ ਇਹ ਚੰਦਨ ਦਾ ਬਾਗ ਹੈ। ਉਹਦੇ ਲਈ ਇੱਕ ਆਮ ਰੁੱਖ ਉੱਗੇ ਹੋਏ ਨੇ, ਉਹਨੇ ਸਾਰੇ ਵੱਢ ਕੇ ਉਹਨਾਂ ਦੇ ਕੋਲੇ ਬਣਾ ਕੇ ਉਹ ਵੇਚ ਦਿੱਤੇ ਬਾਜ਼ਾਰ ਵਿੱਚ। ਆਖਰ ਇੱਕ ਦਿਨ ਜਦੋਂ ਅਖੀਰਲਾ ਰੁੱਖ ਵੱਢ ਕੇ ਉਹਨੂੰ ਸਾੜ ਕੇ ਉਹਦੇ ਕੋਲੇ ਬਣਾ ਕੇ ਜਾਂ ਲੱਕੜਾਂ ਵੇਚ ਕੇ ਆਇਆ, ਉਹ ਜਦੋਂ ਗਿਆ ਵੇਚਣ ਦੇ ਵਾਸਤੇ, ਉਹਦੇ ਹੱਥ ਵਿੱਚ ਸੁਭਾਵਿਕ ਲੱਕੜਹਾਰਾ ਕੁਹਾੜੀ ਮੋਢੇ 'ਤੇ ਰੱਖਦਾ ਸੀ। ਕੋਈ ਰਾਹ ਦੇ ਵਿੱਚ ਮਿਲਿਆ, ਉਹਨੇ ਉਹਦੀ ਕੁਹਾੜੀ ਨੂੰ ਵੇਖਿਆ ਅਤੇ ਉਹਨੂੰ ਪੁੱਛ ਲਿਆ ਵੀ ਇਹ ਕੁਹਾੜੀ ਕਿੰਨੇ ਦੀ ਵੇਚੇਂਗਾ। ਉਹਨੇ ਕਿਹਾ ਵੀ ਇਹਦਾ ਕੋਈ ਬਹੁਤਾ ਮੁੱਲ ਤਾਂ ਹੈ ਨਹੀਂ ਹੈ, ਵੈਸੇ ਮੈਂ ਵੇਚਣੀ ਨਹੀਂ, ਪਰ ਜੇ ਤੂੰ ਖਹਿੜੇ ਪਿਆ ਤਾਂ ਕੋਈ ਬਹੁਤੀ ਮਹਿੰਗੀ ਨਹੀਂ। ਉਹ ਕਹਿੰਦਾ ਨਹੀਂ, ਤੂੰ ਲੋਹੇ ਅੱਗੋਂ ਰੱਖ ਲਾ, ਮੈਨੂੰ ਸਿਰਫ ਇਹਦਾ ਦਸਤਾ ਚਾਹੀਦਾ। ਅਤੇ ਉਹ ਕਹਿੰਦਾ ਵੀ ਦਸਤਾ ਤਾਂ ਅਸੀਂ ਆਮ ਹੀ ਕਿਸੇ ਨੂੰ ਫੜਾ ਦਿੰਦੇ ਹਾਂ, ਅਤੇ ਇੱਕ ਸਧਾਰਨ ਜੀ ਲੱਕੜ ਹੈ। ਉਹ ਖਰੀਦਣ ਵਾਲੇ ਨੇ ਕਿਹਾ ਮੈਂ ਤੈਨੂੰ ਇਹਦਾ ਮੁੱਲ ਹਜ਼ਾਰਾਂ ਦੇ ਵਿੱਚ ਦੇਵਾਂਗਾ। ਉਸ ਸਮੇਂ ਪੁਰਾਣੀ ਕਹਾਣੀ ਹੈ। ਉਹ ਬੜਾ ਹੈਰਾਨ ਹੋਇਆ ਲੱਕੜਹਾਰਾ, ਕਹਿੰਦਾ ਵੀ ਐਸਾ ਇਹਦੇ 'ਚ ਕੀ? ਉਹ ਕਹਿੰਦਾ ਤੈਨੂੰ ਨਹੀਂ ਪਤਾ, ਇਹ ਲੱਕੜ ਬਹੁਤ ਮਹਿੰਗੀ ਹੈ। ਅਤੇ ਉਹ ਮੱਥੇ 'ਤੇ ਹੱਥ ਮਾਰ ਕੇ ਲੱਕੜਹਾਰਾ ਕਹਿੰਦਾ ਇਸ ਲੱਕੜ ਵਾਲੇ ਤਾਂ ਬੜਾ ਵੱਡਾ ਬਾਗ, ਇਸ ਲੱਕੜ ਵਾਲੇ ਤਾਂ ਕਈ ਰੁੱਖ ਜਿਹੜੇ ਮੈਂ ਕੋਲੇ ਬਣਾ ਕੇ ਸਾੜ ਕੇ ਰੱਖ ਦਿੱਤੇ ਨੇ, ਵੇਚ ਕੇ ਰੱਖ ਦਿੱਤੇ, ਉਹਨਾਂ ਲੱਕੜਾਂ ਦੇ ਵਿੱਚੋਂ ਮੈਂ ਦਸਤਾ ਕੱਢ ਕੇ ਪਾਇਆ ਸੀ। ਸੋ ਸਿਰਫ ਇਸ਼ਾਰਾ ਇਹ ਹੈ, ਜੇ ਗਿਆਨ ਨਾ ਹੋਵੇ, ਤੁਹਾਡੇ ਹੱਥ 'ਚ ਵੀ ਹੀਰਾ ਫੜਿਆ ਹੋਵੇ, ਤੁਸੀਂ ਤਾਂ ਵੀ ਉਹਦਾ ਲਾਭ ਨਹੀਂ ਲੈ ਸਕੋਗੇ। ਸੋ ਇਸ ਲਈ ਕਿਹਾ ਗਿਆਨ ਬਿਨਾ ਨਹਿ ਪਾਈਐ, ਜੇ ਕੋਈ ਕੋਟ ਯਤਨ ਕਰਤਾਈ, ਕਰੋੜਾਂ ਯਤਨ ਵੀ ਕੋਈ ਮਨੁੱਖ ਕਰੇ ਤਾਈ। ਦੌੜਦਾ ਫਿਰੇ ਧਰਮ ਦੀ ਦੁਨੀਆ 'ਚ, ਤੀਰਥਾਂ ਸਥਾਨਾਂ 'ਤੇ ਦੌੜੇ, ਇੱਧਰ ਉੱਧਰ ਦੌੜੇ, ਬੜਾ ਜੰਗਲਾਂ ਪਹਾੜਾਂ 'ਤੇ ਚੜ੍ਹ ਲਵੇ, ਪਰ ਗਿਆਨ ਤੋਂ ਬਿਨਾਂ ਪਰਮੇਸ਼ਰ ਨੂੰ ਨਹੀਂ ਪਾਇਆ ਜਾ ਸਕਦਾ। ਕਰਮ ਜੋਗ ਦੇਹੀ ਕਰੇ, ਸੋ ਅਨਿਤ ਖਿਨ ਟਿਕੇ ਨਾ ਰਾਈ। ਇਹ ਜੀਵ ਕਰਮ ਯੋਗ ਜਿਹੜਾ ਹੈ ਉਹ ਕਰੇਗਾ, ਦੇਹੀ ਦੇ ਵਿੱਚ ਕਰਮ ਯੋਗ ਬਣੇਗਾ, ਯੋਗ ਬਣਦਾ ਕਰਮਾਂ ਦੇ ਨਾਲ ਸਾਡਾ। ਸੋ ਜਦੋਂ ਇਹ ਬਣੇਗਾ ਤਾਂ ਫਿਰ ਕੀ ਹੋਏਗਾ, ਇੱਕ ਅੰਦਰ ਝੂਠ ਪੈਦਾ ਹੋਏਗਾ ਕਿ ਹਾਂ ਮੈਂ ਇੱਕ ਹਾਂ, ਭਾਵ ਕਿ ਮੈਂ ਹੀ ਸਭ ਕੁਝ ਹੋਇਆ ਬੈਠਾ ਹਾਂ। ਜਦੋਂ ਇਹ ਅੰਦਰ ਹੰਕਾਰ ਪੈਦਾ ਹੋ ਜਾਂਦਾ ਹੈ ਅਤੇ ਫਿਰ ਇਹ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਜਿਹੜਾ ਸੋ ਅਨਿਤ, ਉਹ ਅਨਿਤ ਹੈ। ਫਿਰ ਜੀਵ ਆਪਣੇ ਆਪ ਨੂੰ ਹੀ ਬਹੁਤ ਕੁਝ ਜਿਹੜਾ ਉਹ ਸਮਝਣ ਲੱਗ ਪੈਂਦਾ। ਇਸ ਤਰ੍ਹਾਂ ਰਾਈ ਦਾ ਅਰਥ ਹੈ ਸਾਰਖਾ, ਛਿਨ ਭਰ ਨਹੀਂ ਟਿਕੇਗਾ, ਭਾਵ ਕਿ ਜਦੋਂ ਆਪਣੇ ਹੰਕਾਰ ਦੇ ਵਿੱਚ ਆ ਜਾਏਗਾ, ਸੰਸਾਰ 'ਤੇ ਛਿਨ ਭਰ ਨਹੀਂ ਟਿਕੇਗਾ। ਸੋ ਇਸ ਤਰ੍ਹਾਂ ਕਰਮ ਯੋਗ ਜਦੋਂ ਦੇਹੀ ਕਰਦੀ ਹੈ ਅਤੇ ਉਹ ਪਰਮਾਤਮਾ ਜਿਹੜਾ ਅਨਿਤ ਹੈ ਉਹ ਸਾਡੇ ਹਿਰਦੇ 'ਚ ਨਹੀਂ ਟਿਕੇਗਾ।
ਸਾਨੂੰ ਉਹਦੇ ਨਾਲ ਜਿਵੇਂ ਕਹਿ ਲਓ ਇਕਾਗਰਤਾ ਨਹੀਂ ਬਣ ਆਉਂਦੀ, ਮਨ ਨਹੀਂ ਉਹਦੇ ਨਾਲ ਟਿਕੇਗਾ। ਜਦੋਂ ਆਪਾਂ ਆਮ ਸਵਾਲ ਕਰਦੇ ਹਾਂ ਜੀ ਮਨ ਨਹੀਂ ਟਿਕਦਾ, ਕਾਰਨ ਇਹ ਅਸੀਂ ਹੰਕਾਰੀ ਹੋਏ ਬੈਠੇ। ਜਦੋਂ ਹੰਕਾਰ ਤੋਂ ਰਹਿਤ ਹੋ ਕਰਕੇ ਸਿਮਰਨ ਭਜਨ ਬੰਦਗੀ ਕਰਾਂਗੇ, ਸੁਭਾਵਿਕ ਮਨ ਉਹਦੇ ਨਾਲ ਜੁੜੇਗਾ, ਉਹਦੇ ਨਾਲ ਟਿਕੇਗਾ। ਸੋ ਇਸ ਤਰ੍ਹਾਂ ਜ਼ਿਕਰ ਕਰਦੇ, ਗਿਆਨ ਮਤੇ ਸੁਖ ਉਪਜੈ, ਜਨਮ ਮਰਨ ਕਾ ਭਰਮ ਚੁਕਾਈ। ਸੋ ਗਿਆਨ ਦੇ ਮਤ ਕਰਕੇ ਹੀ ਸੁਖ ਜਿਹੜਾ ਹੈ ਉਹ ਉਤਪੰਨ ਹੁੰਦਾ ਹੈ। ਗਿਆਨ ਮਤੇ ਭਾਵ ਗਿਆਨ ਦੀ ਮਤ, ਗਿਆਨ ਰੂਪੀ ਮਤ ਧਾਰਨ ਕਰਕੇ ਅੰਦਰਲਾ ਸੁਖ ਜਿਹੜਾ ਹੈ, ਨਿਜ ਸਰੂਪ ਦਾ ਸੁਖ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ, ਜਿਸ ਦੇ ਸਦਕਾ ਜਨਮ ਤੇ ਮਰਨ ਦਾ ਭਰਮ ਜਿਹੜਾ ਉਹ ਚੁਕਾਈ, ਉਹ ਮਿਟ ਜਾਂਦਾ ਹੈ। ਜਨਮ ਤੇ ਮਰਨ ਦਾ ਭਰਮ ਜਿਹੜਾ ਹੈ ਉਹ ਟੁੱਟ ਜਾਂਦਾ ਹੈ। ਗੁਰਮੁਖ ਗਿਆਨੀ ਸਹਿਜ ਸਮਾਈ। ਸੋ ਇਸ ਤਰ੍ਹਾਂ ਜ਼ਿਕਰ ਕਰਦੇ ਨੇ, ਜਿਹੜੇ ਗੁਰਮੁਖ ਪਿਆਰੇ ਗੁਰੂ ਦੇ ਦਵਾਰੇ 'ਤੇ ਰਹਿਣ ਵਾਲੇ ਗਿਆਨੀ ਪੁਰਖ ਹਨ। ਇੱਕ ਗਿਆਨੀ ਪੁਰਖ ਜੋ ਸਿਰਫ ਗਿਆਨ ਦੀਆਂ ਬਾਤਾਂ ਕਰਨ ਤੱਕ ਸੀਮਿਤ ਹੈ, ਪਰ ਇੱਕ ਗਿਆਨੀ ਪੁਰਖ ਜਿਹਨੂੰ ਸਾਹਿਬ ਬਾਣੀ ਅੰਦਰ ਬਚਨ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ, ਪੈ ਕਾਹੂ ਕਉ ਦੇਤ ਨਹਿ, ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਉਹਨੂੰ ਗਿਆਨੀ ਕਿਹਾ ਜਾ ਸਕਦਾ ਹੈ, ਜਿਹੜਾ ਨਾ ਡਰ ਮੰਨਦਾ ਹੈ, ਨਾ ਡਰ ਕਿਸੇ ਨੂੰ ਦਿੰਦਾ ਹੈ। ਸੋ ਇਸ ਤਰ੍ਹਾਂ ਜ਼ਿਕਰ ਕਰਦੇ, ਗੁਰਮੁਖ ਗਿਆਨੀ ਸਹਿਜ ਸਮਾਈ। ਗੁਰਮੁਖ ਪਿਆਰਾ ਜਿਹੜਾ ਗਿਆਨੀ ਹੈ ਉਹ ਸਹਿਜ ਦੇ ਅੰਦਰ ਸਮਾਉਂਦਾ ਹੈ। ਸੋ ਇਸ ਤਰ੍ਹਾਂ ਪਰਮਾਤਮਾ ਨੂੰ ਜਾਣਦਿਆਂ ਜਾਣਦਿਆਂ ਉਹ ਸਵੈ ਪਦ ਦੇ ਅੰਦਰ, ਆਪਣੇ ਸਵੈ ਸਰੂਪ ਦੇ ਅੰਦਰ ਉਹ ਲੀਨ ਹੋ ਜਾਂਦਾ ਹੈ। ਸੋ ਇਸ ਤਰ੍ਹਾਂ 12ਵੀਂ ਪੌੜੀ ਦੇ ਅੰਦਰ ਜੋ ਭਾਵ ਅਰਥ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਉਹ ਇਹੀ ਹੈ ਕਿ ਸਾਂਖ ਵੇਦ ਜਿਹੜਾ ਸੀ ਉਹਦੇ ਬਾਬਤ, ਇਹਨਾਂ ਪੁਰਾਣਾ ਸਿਮਰਤੀਆਂ ਦੀ ਬਾਬਤ ਭਾਈ ਸਾਹਿਬ ਜੀ ਨੇ ਜੋ ਜ਼ਿਕਰ ਕਰਕੇ ਨਿਚੋੜ ਕੱਢ ਕੇ ਸਾਨੂੰ ਦੱਸਿਆ, ਉਹ ਇਹੀ ਹੈ ਕਿ ਜਿਸ ਤਰ੍ਹਾਂ ਸਾਂਖ ਮਤ ਵਾਲਿਆਂ ਦਾ ਕੋਈ ਫਿਰਕਾ ਮੰਨੀ ਬੈਠਾ ਕਿ ਕੇਵਲ ਸਤ ਅਸਤ ਦਾ ਨਿਰਣਾ ਕਰਨਾ ਚਾਹੀਦਾ, ਜੋਗ ਦੀ ਲੋੜ ਨਹੀਂ ਹੈ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ, ਸਤ ਅਤੇ ਅਸਤ ਦਾ ਨਿਰਣਾ ਕਰ ਲਓ, ਤੁਸੀਂ ਬ੍ਰਹਮ ਅੰਦਰ ਸਮਾ ਜਾਓਗੇ। ਸੋ ਕੋਈ ਇਹ ਕਹਿੰਦਾ ਕਿ ਸਾਂਖ ਕਰਤਾਰ ਨੂੰ ਨਹੀਂ ਮੰਨਦਾ ਹੈ, ਸੋ ਇਸ ਤਰ੍ਹਾਂ ਵੀ ਸੁਣਨ ਪੜ੍ਹਨ ਵਿੱਚ ਆਉਂਦਾ ਉਹ ਕਰਤਾਰ ਨੂੰ ਨਹੀਂ ਮੰਨਦਾ। ਸੋ ਉਸਦਾ ਸਾਰਾ ਹਾਲ ਦੱਸ ਕੇ ਇਹ ਟੁਕ ਲਾਈ ਹੈ ਕਿ ਸਹਿਜ ਪਦ ਵਿੱਚ ਪਹੁੰਚਣਾ ਠੀਕ ਕੰਮ ਹੈ, ਪਰ ਸਚਾਈ ਇਹ ਹੈ ਗੁਰਮੁਖ ਗਿਆਨੀ ਸਹਿਜ ਸਮਾਈ। ਸਹਿਜ ਪਦ ਨਾਲ ਆਤਮਾ ਅਕਾਲ ਪੁਰਖ ਦੇ ਨਾਲ ਜਾ ਕਰਕੇ ਮਿਲਦੀ ਹੈ। ਸੋ ਇਸ ਤਰ੍ਹਾਂ 13ਵੀਂ ਪੌੜੀ 'ਚ ਫਿਰ ਅੱਗੇ ਜ਼ਿਕਰ ਕਰਦੇ ਨੇ, ਵੇਦ ਅਥਰਬਨ ਮਥਨ ਕਰ, ਗੁਰਮੁਖ ਬਾਸੇ ਖਕ ਗੁਣ ਗਾਵੈ। ਅਥਰਬਨ ਵੇਦ ਨੂੰ ਵਿਚਾਰ ਕੇ ਗੁਰਮੁਖ ਪਾਵਕ ਕੇ ਕਰਨਾਦ ਨਾਮੇ ਆਚਾਰੀਆ ਜਿਹੜਾ ਸੀ, ਉਹਨੇ ਇਸ ਅਥਰਬਨ ਵੇਦ ਨੂੰ ਮਥਨ ਕੀਤਾ ਚੰਗੀ ਤਰ੍ਹਾਂ। ਮਥਨ ਕਰਕੇ ਬਾਸੇਖਕ ਗੁਣ ਗਾਵੇ, ਬਾਸੇਖਕ ਨਾਮੇ ਸ਼ਾਸਤਰ ਦੇ ਗੁਣ ਗਾਏ ਉਹਨੇ, ਬੜੀ ਚੰਗੀ ਤਰ੍ਹਾਂ ਵਿਚਾਰਿਆ, ਘੋਖਿਆ ਉਹਨੇ ਚੰਗੀ ਤਰ੍ਹਾਂ ਅਥਰਬਨ ਵੇਦ ਨੂੰ। ਸੋ ਇਸ ਤਰ੍ਹਾਂ ਇਸ ਬਾਸੇਖਕ ਨਾਮੇ ਸ਼ਾਸਤਰ ਦੇ ਗੁਣ ਜਿਹੜੇ ਸੀ ਗਾਏ। ਫਿਰ ਅੱਗੇ ਜ਼ਿਕਰ ਕਰਦੇ, ਜੇ ਹਾ ਬੀਜੈ ਸੋ ਲੂਣੇ, ਸਮੇਂ ਬਿਨਾ ਫਲ ਹੱਥ ਨਾ ਆਵੈ। ਸੰਸਾਰ ਨੂੰ ਕੀ ਉਪਦੇਸ਼ ਦਿੱਤਾ ਕਿ ਜੋ ਸੰਸਾਰ 'ਤੇ ਬੀਜੇਗਾ ਉਹ ਸੰਸਾਰ 'ਤੇ ਵੱਢ ਲਏਗਾ। ਜਿਹਨੂੰ ਬਚਨ ਪੜ੍ਹਦੇ, ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਸੋ ਇਸ ਤਰ੍ਹਾਂ ਕਿੱਕਰਾਂ ਬੀਜ ਕੇ ਜੇ ਕੋਈ ਬਜੌਰ ਦੇਸ਼ ਦੀਆਂ ਦਾਖਾਂ ਪਾਲੇ ਨਹੀਂ ਹੋਵੇਗਾ, ਸੋ ਉੱਨ ਦੇ ਕੋਲੋਂ ਰੇਸ਼ਮ ਦੀ ਆਸ ਨਹੀਂ ਲਾਈ ਜਾ ਸਕਦੀ। ਸੋ ਇਸ ਤਰ੍ਹਾਂ ਸੰਸਾਰ ਨੂੰ ਇਹ ਸਿਧਾਂਤ ਦਿੱਤਾ, ਜਿਸ ਤਰ੍ਹਾਂ ਦਾ ਬੀਜੇਗਾ ਉਸ ਤਰ੍ਹਾਂ ਦਾ ਵੱਢ ਲਏਗਾ, ਅਤੇ ਸਮੇਂ ਤੋਂ ਬਿਨਾਂ ਕਦੀ ਵੀ ਫਲ ਹੱਥ ਵਿੱਚ ਨਹੀਂ ਆਉਂਦਾ। ਆਪਾਂ ਜ਼ਿੰਦਗੀ 'ਚ ਕਾਹਲੇ ਬਹੁਤ ਹਾਂ, ਆਪਾਂ ਨਹੁੰ ਤੇ ਨਰੈਣ ਦੇਖਣਾ ਚਾਹੁੰਦੇ ਹਾਂ, ਪਰ ਜੋ ਵੀ ਧਰਮ ਦਾ ਕਰਮ ਹੁੰਦਾ ਉਹਦਾ ਸਮਾਂ ਪੈ ਕੇ ਫਲ ਮਿਲਦਾ। ਅੱਜ ਤੁਸੀਂ ਜ਼ਮੀਨ 'ਚ ਬੀਜ ਕੇ ਸਵੇਰੇ ਬੀਜ ਕੇ ਸ਼ਾਮ ਨੂੰ ਆਖੋ ਵੀ ਫਸਲ ਵੱਢ ਲਿਆਈਏ, ਇਸ ਤਰ੍ਹਾਂ ਨਹੀਂ ਹੁੰਦਾ। ਕੋਈ ਰੁੱਖ ਵੀ ਲਾਇਆ ਜਾਂਦਾ, ਕਈ ਸਾਲਾਂ ਤੱਕ ਉਹਨੂੰ ਪਾਣੀ ਪਾਉਣਾ ਪੈਂਦਾ, ਉਹਦੀ ਗੋਡੀ ਕਰਨੀ ਪੈਂਦੀ, ਉਹਦਾ ਧਿਆਨ ਰੱਖਣਾ ਪੈਂਦਾ। ਉਹ ਰੁੱਖ ਵੀ ਤਾਂ ਜਾ ਕਰਕੇ ਮਿੱਠਾ ਫਲ ਦਿੰਦਾ ਜਦੋਂ ਆਪਣੇ ਉੱਤੇ ਧੁੱਪਾਂ ਸਹਾਰਦਾ, ਆਪਣੇ ਉੱਤੇ ਮੀਂਹ ਸਹਾਰਦਾ, ਦੁੱਖ ਸਹਾਰਦਾ, ਨੇੜੀਆਂ ਝੱਖੜ ਆਪਣੇ ਉੱਤੇ ਸਹਾਰਦਾ, ਤਾਂ ਜਾ ਕਰਕੇ ਉਹਦੇ 'ਚੋਂ ਮਿੱਠਾ ਫਲ ਨਿਕਲਦਾ। ਹੁਣ ਅਸੀਂ ਜ਼ਿੰਦਗੀ 'ਚ ਕਹੀਏ ਫਲ ਮਿਲ ਜੇ, ਨਾ ਅਸੀਂ ਦੁੱਖ ਝੱਲਣਾ ਹੈ, ਨਾ ਅਸੀਂ ਕੋਈ ਸੁੱਖ ਪ੍ਰਾਪਤ ਝੱਲਣਾ ਹੈ, ਨਾ ਕੋਈ ਪੀੜਾ ਸੰਤਾਪ ਅਸੀਂ ਝੱਲਣਾ, ਬਸ ਜੀਵਨ 'ਚ ਮਿਠਾਸ ਆ ਜਾਏ, ਸ਼ਾਇਦ ਨਹੀਂ ਹੋ ਪਾਏਗਾ। ਸੋ ਇਸ ਤਰ੍ਹਾਂ ਕਹਿੰਦੇ
ਸਮੇਂ ਤੋਂ ਬਿਨਾ ਤੇ ਇੱਕ ਰੁੱਖ ਨੂੰ ਵੀ ਫਲ ਨਹੀਂ ਲੱਗਦਾ, ਤੇ ਤੂੰ ਧਰਮ ਦਾ ਕਰਮ ਕਰਕੇ ਕਹਿੰਦਾ ਮੈਨੂੰ ਅੱਜ ਹੀ ਫਲ ਮਿਲ ਜੇ। ਸੋ ਸਮੇਂ ਦੇ ਨਾਲ ਪਰਮਾਤਮਾ ਹਰ ਕਰਮ ਦਾ ਫਲ ਜਿਹੜਾ ਉਹ ਜ਼ਰੂਰ ਦਿੰਦਾ ਹੈ। ਹੁਕਮੈ ਅੰਦਰ ਸਭ ਕੋ, ਮੰਨੈ ਹੁਕਮ ਸੋ ਸਹਿਜ ਸਮਾਵੈ। ਸਾਰੇ ਜੀਵ ਜਿਹੜੇ ਨੇ ਹੁਕਮ ਦੇ ਅੰਦਰ ਨੇ, ਜਿਹੜਾ ਉਹਦੇ ਹੁਕਮ ਨੂੰ ਮੰਨਦਾ ਉਹ ਫਿਰ ਸਹਿਜ ਅਵਸਥਾ ਦੇ ਅੰਦਰ ਸਹਿਜ ਪਦ ਦੇ ਵਿੱਚ ਲੀਨ ਹੁੰਦਾ ਹੈ। ਆਪੋ ਕਛੂ ਨਾ ਹੋਵਈ, ਬੁਰਾ ਭਲਾ ਨਹਿ ਮਨ ਵਸਾਵੈ। ਸੋ ਇਸ ਤਰ੍ਹਾਂ ਕਨਾਦ ਰਿਖੀ ਨੇ ਸੰਸਾਰ ਨੂੰ ਇਹ ਸਿਧਾਂਤ, ਇਹ ਉਪਦੇਸ਼ ਦਿੱਤਾ ਹੈ ਕਿ ਜੀਵ ਕੀ ਕਰੇ। ਆਪਣੇ ਵੱਸ ਦੇ ਵਿੱਚ ਕੁਝ ਵੀ ਨਹੀਂ ਹੈ। ਕਬੀਰ ਨਾ ਹਉ ਕੀਆ ਨਾ ਕਰਹਿੰਗੇ ਨਾ ਕਰ ਸਕੈ ਸਰੀਰ। ਸਾਡੇ ਵੱਸ ਵਿੱਚ ਕੁਝ ਵੀ ਨਹੀਂ, ਪੱਤਾ ਨਹੀਂ ਹਿੱਲ ਸਕਦਾ ਉਹਦੇ ਹੁਕਮ ਤੋਂ ਬਿਨਾਂ। ਤਾਂ ਇਸ ਤਰ੍ਹਾਂ ਬੁਰਾ ਭਲਾ ਕਦੀ ਆਪਣੇ ਮਨ ਦੇ ਵਿੱਚ ਨਾ ਵਸਾਏ ਕਿ ਭਾਈ ਮੈਂ ਕੀਤਾ ਹੈ, ਇਹ ਤਾਂ ਸਮਾਂ ਹੀ ਕਰਦਾ ਹੈ ਜੋ ਕਰਦਾ ਹੈ। ਆਪਣਾ ਜੋ ਵੀ ਕੀਤਾ ਜਾਂਦਾ ਹੈ, ਸਰੀਰ 'ਚ ਚੇਤਨਤਾ ਉਹਦੀ ਹੈ, ਸਰੀਰ ਕੰਮ ਕਰਦਾ ਹੈ, ਪਰ ਕੁਝ ਵੀ ਕਰਨ ਤੋਂ ਬਾਅਦ ਇਹ ਦਾਅਵਾ ਕਰ ਦੇਣਾ ਮੈਂ ਕੀਤਾ। ਸੋ ਇਹਨੂੰ ਭਾਈ ਸਾਹਿਬ ਕਹਿੰਦੇ ਬੁਰਾ ਭਲਾ ਨਹਿ ਮਨ ਵਸਾਵੈ। ਭਲਾ ਕਰਕੇ ਵੀ ਉਹਨੂੰ ਮਨ 'ਚ ਨਾ ਵਸਾਏ। ਆਪਾਂ ਕਈ ਦਫਾ ਭਲਾ ਕਰਕੇ 10ਵੀਂ ਸਾਲੀ ਜਾ ਕੇ ਜਤਾਉਂਦੇ ਹਾਂ, ਮੈਂ 10 ਸਾਲ ਪਹਿਲਾਂ ਇਹਦਾ ਭਲਾ ਕੀਤਾ ਸੀ। ਇੱਕ ਵਾਰ ਬੁਰਾ ਕੀਤਾ ਹੋਵੇ 50-50 ਸਾਲ ਦਾ ਬੁਰਾ ਵੀ ਲੋਕ ਬਚਪਨ ਜਵਾਨੀ 'ਚ ਹੋਇਆ ਆਉਂਦਾ, ਬਜ਼ੁਰਗੀ 'ਚ ਜਾ ਕੇ ਦੱਸਦੇ ਨੇ ਅੱਜ ਤੋਂ 50 ਸਾਲ ਪਹਿਲਾਂ ਮੇਰਾ ਬੁਰਾ ਕੀਤਾ ਸੀ। ਸੋ ਇਸ ਤਰ੍ਹਾਂ ਕਨਾਦ ਰਿਖੀ ਨੇ ਸੰਸਾਰ ਨੂੰ ਸਮਝਾਇਆ ਕਿ ਆਪਣਾ ਕੀਤਾ ਕੁਛ ਨਹੀਂ ਹੁੰਦਾ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ, ਬਾਣੀ ਅੰਦਰ ਬਚਨ ਹੈ। ਸੋ ਇਸ ਤਰ੍ਹਾਂ ਬੁਰਾ ਤੇ ਭਲਾ ਜਿਹੜਾ ਉਹਨੂੰ ਮਨ ਦੇ ਵਿੱਚ ਵਸਾਉਣਾ ਨਾ ਕਰੇ। ਜੈਸਾ ਕਰ ਤੈਸਾ ਲਹੈ, ਰਿਖ ਕਨਾਦਿਕ ਭਾਖ ਸੁਣਾਵੈ। ਭਾਵ ਇਹ ਹੈ ਕਿ ਜਿਸ ਤਰ੍ਹਾਂ ਦਾ ਕਰੇਗਾ ਤੈਸਾ ਲਹੈ, ਉਹ ਫਲ ਜਿਹੜਾ ਉਹ ਪ੍ਰਾਪਤ ਕਰ ਲਏਗਾ। ਇਹ ਰਿਖ ਕਨਾਦਿਕ, ਕਨਾਦ ਰਿਖੀ ਕਹਿ ਕੇ ਲੋਕਾਂ ਨੂੰ ਭਾਖ, ਭਾਖ ਦਾ ਅਰਥ ਹੈ ਕਹਿ ਕੇ, ਉਚਾਰਨ ਕਰਕੇ ਸੁਣਾਵੈ। ਯੁੱਗ ਦੇ ਅੰਦਰ ਅਥਰਵਣ ਵੇਦ ਨੂੰ ਮਥਨ ਕਰਕੇ ਕਨਾਦ ਰਿਖੀ ਨੇ ਸੰਸਾਰ ਨੂੰ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਸੁਣਾਉਣਾ ਕੀਤਾ। ਫਿਰ ਅੱਗੇ ਜ਼ਿਕਰ ਕਰਦੇ ਨੇ, ਸਤਿਯੁਗ ਕਾ ਅਨਿਆਏ ਸੁਣ, ਇੱਕ ਫੇੜੇ ਸਭ ਜਗਤ ਮਰਾਵੈ। ਸਤਿਯੁਗ ਭਾਵੇਂ ਬਹੁਤ ਭਲਾ ਯੁੱਗ ਸੀ, ਕਿਉਂਕਿ ਪਿੱਛੇ ਸਰਵਣ ਕੀਤਾ ਸਾਰੇ ਲੋਕ ਧਰਮੀ ਸਨ, ਧਰਮ ਕਰਮ ਕਰਦੇ ਸਨ। ਲੱਖ ਵਰ੍ਹਿਆਂ ਦੀ ਆਰਜਾ ਸੀ ਮਨੁੱਖਾਂ ਦੀ, ਹਰ ਮਨੁੱਖ ਦੇ ਅੰਦਰ ਧਰਮ ਸੀ, ਹਰ ਮਨੁੱਖ ਪਰਮਾਤਮਾ ਦੇ ਜਾਣਨ ਦਾ ਇੱਛੁਕ ਸੀ। ਸੰਸਾਰ ਦੇ ਵਿੱਚ ਰਹਿੰਦਿਆਂ ਲੱਖ ਵਰ੍ਹਿਆਂ ਦੀ ਆਰਜਾ ਹੋਣ ਦੇ ਬਾਵਜੂਦ ਵੀ ਕੋਈ ਕੋਠੇ, ਮੰਡਪ, ਮਹਿਲ ਮਾੜੀਆਂ ਜਿਹੜੀਆਂ ਸੀ, ਉਹ ਮਹਿਲ ਮੁਨਾਰੇ ਜਿਹੜੇ ਨਹੀਂ ਬਣਾਉਂਦੇ ਸੀ। ਵੈਰਾਗੀ ਸਨ, ਤਿਆਗੀ ਸਨ। ਪਰ ਉਸ ਯੁੱਗ ਦੇ ਵਿੱਚ ਇੱਕ ਬਹੁਤ ਵੱਡਾ ਅਨਿਆਂ ਹੁੰਦਾ ਸੀ। ਉਹ ਅਨਿਆਂ ਕੀ ਹੈ? ਸਤਿਯੁਗ ਦਾ ਅਨਿਆਏ ਸੁਣ, ਸਤਿਯੁਗ ਦਾ ਇੱਕ ਅਨਿਆਂ ਸੁਣੋ। ਉਹ ਕੀ ਹੈ? ਬਹੁਤ ਵੱਡਾ ਇੱਕ ਕੁਕਰਮ ਕਰਦਾ ਸੀ ਸਤਿਯੁਗ। ਹਨੇਰ ਸੀ ਉਸ ਯੁੱਗ ਦੇ ਅੰਦਰ ਕਿ ਇੱਕ ਫੇੜੇ ਸਭ ਜਗਤ ਮਰਾਵੈ। ਜੇ ਇੱਕ ਬੰਦਾ ਕੋਈ ਕੁਕਰਮ ਕਰਦਾ ਹੈ, ਇੱਕ ਬੰਦਾ ਕੋਈ ਗਲਤੀ ਕਰਦਾ, ਤਾਂ ਸਾਰੇ ਦੇਸ਼ ਨੂੰ ਉਹਦੀ ਸਜ਼ਾ ਮਿਲਦੀ ਸੀ। ਸਤਿਯੁਗ ਦਾ ਇਹ ਅਨਿਆਂ ਸੀ। ਗਲਤੀ ਇੱਕ ਨੇ ਕੀਤੀ, ਸਜ਼ਾ ਸਾਰੇ ਮੁਲਕ ਨੂੰ ਮਿਲ ਜਾਂਦੀ ਸੀ, ਫਲਾਣੇ ਬੰਦੇ ਨੇ ਗਲਤੀ ਕੀਤੀ ਹੈ। ਫਿਰ ਆਉਂਦਾ ਤ੍ਰੇਤਾ ਯੁੱਗ। ਤ੍ਰੇਤੇ ਨਗਰੀ ਪੀੜੀਐ। ਤ੍ਰੇਤੇ ਯੁੱਗ ਦੇ ਅੰਦਰ ਜਦੋਂ ਕੋਈ ਮਾੜਾ ਕੰਮ ਕਰਦਾ ਸੀ, ਕੋਈ ਕੁਕਰਮ ਕਰਦਾ ਸੀ, ਪਾਪ ਕਰਦਾ ਸੀ, ਤਾਂ ਸਾਰੇ ਨਗਰ ਨੂੰ ਉਹਦੀ ਸਜ਼ਾ ਦਿੱਤੀ ਜਾਂਦੀ ਸੀ ਵੀ ਤੁਹਾਡੇ ਨਗਰ ਦੇ ਬੰਦੇ ਨੇ ਆ ਪਾਪ ਕੀਤਾ, ਤੁਹਾਨੂੰ ਸਾਰੇ ਨਗਰ ਨੂੰ ਸਜ਼ਾ ਮਿਲਣੀ ਹੈ। ਤ੍ਰੇਤੇ ਤੋਂ ਬਾਅਦ ਜਦੋਂ ਦੁਆਪਰ ਆਇਆ, ਦੁਆਪਰ ਵੰਸ਼ ਕੁਵੰਸ਼ ਕੁਹਾਵੈ। ਦੁਆਪਰ ਦੇ ਵਿੱਚ ਵੀ ਇਹ ਅਨਿਆਂ ਹੋਇਆ ਕਿ ਇੱਕ ਬੰਦੇ ਨੇ ਗਲਤੀ ਕੀਤੀ, ਇੱਕ ਨੇ ਪਾਪ ਕੀਤਾ, ਅਤੇ ਉਹਦੀ ਸਾਰੀ ਵੰਸ਼ ਜਿਹੜੀ ਸੀ ਕੁਵੰਸ਼, ਖੋਟੀ ਵੰਸ਼ ਕਹੀ ਜਾਂਦੀ ਸੀ। ਭਾਵੇਂ ਉਹਦੀ ਕਿੰਨੀ ਭਲੀ ਕੁੱਲ ਹੋਵੇ, ਪਰ ਜਦੋਂ ਕਿਸੇ ਬੰਦੇ ਨੇ ਮਾੜਾ ਕੰਮ ਕਰਤਾ, ਉਹਦੀ ਸਾਰੀ ਕੁੱਲ ਜਿਹੜੀ ਸੀ ਉਹ ਕਲੰਕਿਤ ਹੋ ਜਾਂਦੀ ਸੀ, ਅਤੇ ਲੋਕ ਫਿਰ ਉਹਨੂੰ ਖੋਟੀ ਵੰਸ਼ ਕਹਿੰਦੇ ਸੀ ਵੀ ਇਹ ਬੜੀ ਮਾੜੀ ਵੰਸ਼ ਹੈ। ਉਹਦੇ ਨਾਲ ਵਰਤਣਾ ਛੱਡ ਦਿੰਦੇ ਸਨ, ਉਹਦੇ ਨਾਲ ਰਹਿਣਾ ਛੱਡ ਦਿੰਦੇ ਸਨ, ਉਹਨਾਂ ਲੋਕਾਂ ਨਾਲ ਵਿਵਹਾਰ ਕਰਨਾ ਛੱਡ ਦਿੰਦੇ ਸਨ, ਉਹਨਾਂ ਦੇ ਅਗਾਂਹ ਰਿਸ਼ਤੇ ਨਾਤੇ ਜਿਹੜੇ ਸਨ ਉਹ ਤੋੜ ਲੈਂਦੇ ਸਨ ਕਿ ਭਾਈ ਇਹ ਹੁਣ ਖੋਟੀ ਵੰਸ਼ ਹੋ ਗਈ, ਕੁਵੰਸ਼ ਹੋ ਗਈ ਹੈ। ਕਲਯੁੱਗ ਦਾ ਸਮਾਂ ਆਇਆ ਅਤੇ ਇਹਦੇ ਅੰਦਰ ਫਿਰ ਕੀ ਨਿਆਂ ਹੋਇਆ? ਕਲਯੁੱਗ ਜੋ ਫੇੜੇ ਸੋ ਪਾਵੈ। ਪਰ ਕਲਯੁੱਗ ਦੇ ਵਿੱਚ ਕੀ ਹੈ? ਜੋ ਕੋਈ ਕਰਮ ਕਰਦਾ ਉਹੀ ਸਜ਼ਾ ਪਾਉਂਦਾ ਹੈ।
ਪਹਿਲੇ 3 ਯੁੱਗਾਂ 'ਚ ਫਿਰ ਜ਼ਿਕਰ ਕਰਾਂ, ਸਤਿਯੁਗ 'ਚ ਇੱਕ ਕਰਦਾ ਸੀ ਦੇਸ਼ ਨੂੰ ਸਜ਼ਾ, ਤ੍ਰੇਤੇ ਦੇ ਵਿੱਚ ਇੱਕ ਕਰਦਾ ਸੀ ਨਗਰ ਨੂੰ ਸਜ਼ਾ, ਦੁਆਪਰ ਵਿੱਚ ਇੱਕ ਕਰਦਾ ਸੀ ਸਾਰੀ ਵੰਸ ਨੂੰ ਸਜ਼ਾ ਮਿਲਦੀ ਸੀ। ਪਰ ਕਲਯੁਗ ਦੇ ਅੰਦਰ ਇਹ ਕੀ ਹੈ, ਜੋ ਫੇੜੇ ਸੋ ਪਾਵੈ। ਜੋ ਵੀ ਬੰਦਾ ਕਰਮ ਕਰਦਾ ਉਹਨੂੰ ਹੀ ਉਹਦੇ ਕੀਤੇ ਦੀ ਸਜ਼ਾ ਮਿਲਦੀ ਹੈ, ਦੂਜੇ ਨੂੰ, ਉਹਦੀ ਵੰਸ ਨੂੰ, ਉਹਦੇ ਪਿੰਡ ਨੂੰ, ਉਹਦੇ ਦੇਸ਼ ਨੂੰ ਉਹਦੇ ਕੀਤੇ ਦੀ ਸਜ਼ਾ ਜਿਹੜੀ ਨਹੀਂ ਮਿਲਦੀ। ਸੋ ਇਸ ਪੌੜੀ 13ਵੀਂ ਪੌੜੀ ਦਾ ਭਾਵ ਅਰਥ ਭਾਈ ਸਾਹਿਬ ਦਾ ਇਹ ਹੈ ਕਿ ਵੈਸ਼ੇਖਿਕ ਮਤ ਦਾ ਵਰਣਨ ਕੀਤਾ ਹੈ, ਜਿਸ ਨੇ ਕਰਮਾਂ ਦੇ ਉੱਪਰ ਜਾ ਕਰ ਕੇ ਮਨੁੱਖ ਦੇ ਜੀਵਨ ਦਾ ਨਿਬੇੜਾ ਕੀਤਾ। ਸੋ ਪਿਛਲੇ ਯੁੱਗਾਂ ਦੀ ਬਾਬਤ ਲੋਕੀ ਮੰਨਦੇ ਸਨ ਕਿ ਇੱਕ ਦੀ ਥਾਵੇਂ ਦੂਜਾ ਸਜ਼ਾ ਪਾਉਂਦਾ, ਪਰ ਕਨਾਦ ਰਿਖੀ ਨੇ ਸੰਸਾਰ ਦੇ ਵਿੱਚ ਇਹ ਗੱਲ ਪ੍ਰਚਲਿਤ ਕਰ ਦਿੱਤੀ ਕਿ ਕਰਮਾਂ ਦੇ ਸਿਰ ਤੇ ਰੱਖ ਕੇ ਸਾਰੀ ਸ੍ਰਿਸ਼ਟੀ ਜਿਹੜੀ ਛੁਟਾ ਦਿੱਤੀ ਹੈ, ਕਰਮਾਂ ਦੇ ਸਿਰ ਤੇ ਰੱਖ ਕੇ ਛੁੱਟੀ ਕਰ ਦਿੱਤੀ ਜੀਵ ਦੀ ਕਿ ਭਾਈ ਤੇਰੇ ਕਰਮਾਂ ਦੀ ਸਜ਼ਾ ਜਿਹੜੀ ਉਹ ਤੈਨੂੰ ਮਿਲੇਗੀ, ਕਿਸੇ ਵੰਸ ਨੂੰ ਨਹੀਂ ਮਿਲੇਗੀ। ਸੋ ਪਰ ਅਖੀਰ ਤੇ ਭਾਈ ਸਾਹਿਬ ਜੀ ਨੇ ਜੋ ਆਪਣਾ ਨਿਰਣਾ ਕੀਤਾ ਉਹ ਇਹ ਹੈ ਕਿ ਇਸ ਨਿਆਂਯੁਕਤ ਦੇਖ ਕੇ ਸਹਿਮਤ ਨੇ ਭਾਈ ਸਾਹਿਬ ਜੀ ਉਹਦੇ ਨਾਲ ਕਿ ਠੀਕ ਹੈ, ਕਲਯੁੱਗ ਦੇ ਅੰਦਰ ਇਹ ਬੜਾ ਵਧੀਆ ਨਿਆਂ ਕਿ ਜੋ ਫੇੜੇ ਸੋ ਪਾਵੇ। ਪਰ ਕਨਾਦ ਦੇ ਮਤ ਨਾਲ ਸਾਰੀ ਸਹਿਮਤੀ ਜਿਹੜੀ ਉਹ ਭਾਈ ਸਾਹਿਬ ਜੀ ਦੀ ਨਹੀਂ ਹੈ, ਕਿਉਂਕਿ ਅੱਗੇ ਉਹਦੇ ਮਤ ਦਾ ਹੋਰ ਵੀ ਨਿਰਣਾ ਆਏਗਾ। ਜੋ ਚੰਗੀ ਗੱਲ ਹੈ ਜੋ ਕਨਾਦ ਰਿਖੀ ਨੇ ਸੰਸਾਰ ਨੂੰ ਸਮਝਾਈ ਕਿ ਕਲਯੁੱਗ ਦੇ ਵਿੱਚ ਜਿਹੜਾ ਕਰਦਾ ਉਹ ਪਾਉਂਦਾ, ਉਹਦੇ ਨਾਲ ਭਾਈ ਸਾਹਿਬ ਜੀ ਸਹਿਮਤ ਹਨ। ਸੋ ਇਸ ਤਰ੍ਹਾਂ 13 ਪੌੜੀਆਂ ਪਹਿਲੀ ਵਾਰ ਦੀਆਂ ਆਪਾਂ ਸਰਵਣ ਕੀਤੀਆਂ ਨੇ। ਭੁੱਲਾਂ ਦੀ ਖਿਮਾ, ਹਜ਼ੂਰ ਦਾ ਤਾਰ ਪਾਤਸ਼ਾਹ ਸਮਤ ਦੀ ਦਾਤ ਬਖਸ਼, ਨਿਵਾਜ ਨਾ ਕਰਨ। ਤਰੇਤੇ ਨਗਰੀ ਪੀੜੀਐ, ਦੁਆਪਰ ਵੰਸ ਕੁਵੰਸ ਕੁਹਾਵੈ, ਕਲ ਯੁਗ ਜੋ ਫੇੜੇ ਸੋ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।